डंडौत बंदन अनिक बार, डंडौत बंदन अनिक बार। सर्व कला समरथ डोलन ते राखो प्रभु। नानक दे कर हथ सतनाम। धन वाहे गुरु साहिब जियो। झूठे मान कहाँ करे, जग सुपने ज्यों जान। इनमें कछ तेरो नहीं, नानक कहो बखान। झूठे मान कहा करे, जग सुपने ज्यों जान। इनमें कछ तेरो नहीं, नानक कहो बखान। वाहिगुरु जी का खालसा, वाहिगुरु जी की फतेह। परम सन्मान योग चवर छतर तखत दे मालिक, शब्द गुरु प्रगट गुरां की देह, सतगुरु गुरु ग्रंथ साहिब जी महाराज हजूर दी बख्शीश सदका अज आप जी ने सतगुरु गुरु तेग बहादुर साहिब जी महाराज हजूर दे 41वें सलोक दा पाठ सरवण कीता है। सतगुरु गुरु तेग बहादुर साहिब सच्चे पातशाह आप अंदर दा टिका बख्शो। पै भावना शरदा अकीदत बख्श के आप विच शब्द दी कला वरता के विचार करा लवो। करो किरपा साध संगत, आप आशीष बख्श दे कोई उच्चारण करो जी। सतनाम श्री वाहे गुरु जी। करो बख्शिश, फिर उच्चारण करो जी। सतनाम श्री वाहे गुरु जी। सतगुरु गुरु तेग बहादुर महाराज जी ने अज फिर ओही बचन सानू दोबारा चेते कराया है, दृढ़ कराया है। ऐ इंसान, जेड़ी वस्तु नाशवंत है तो उसका मान कर रहा है, उसका हंकार कर रहा है। हजूर कहंदे आ, मैं तेनू ये बोल के कह रहा, ये मैं शब्द तेनू उच्ची कूक के समझा रहा कि जिस चीज़ का तू मान कर रहा है ये नाशवंत है। ते संसार दी हर दिसदी हुई चीज़
ਇਹਦੀ ਬਸ ਇੰਨੀ ਕੁ ਹਸਤੀ ਹੈ ਕਿ ਜਿਤਨਾ ਕੁ ਰਾਤ ਦਾ ਇੱਕ ਸੁਪਨਾ ਹੈ। ਸਤਿਗੁਰਾਂ ਨੇ ਫਰਮਾਇਆ, ਝੂਠੈ ਮਾਨ ਕਹਾਂ ਕਰੈ। ਇੱਥੇ ਝੂਠੈ ਦਾ ਅਰਥ ਹੈ ਨਾਸ਼ਵੰਤ, ਜਿੰਨੇ ਖਤਮ ਹੋ ਜਾਣਾ ਹੈ। ਮਹਾਰਾਜ ਕਹਿ ਰਹੇ ਨੇ, ਮਾਨ ਦਾ ਅਰਥ ਅਹੰਕਾਰ। ਤੂੰ ਨਾਸ਼ਵੰਤ ਪਦਾਰਥ ਦਾ ਜਿਸ ਨੇ ਬਿਨਸ ਜਾਣਾ, ਉਸ ਦਾ ਹੰਕਾਰ ਕਾਸ ਲਈ ਕਰ ਰਹੇ। ਜਗ ਸੁਪਨੇ ਜਿਉ ਜਾਨ, ਇਸ ਜਗਤ ਨੂੰ, ਇਸ ਸੰਸਾਰ ਨੂੰ ਸੁਪਨੇਵਤ ਜਾਣ ਕਿ ਜੋ ਕੁਝ ਦਿਸਦਾ ਹੈ ਉਹ ਅਸਲੀਅਤ ਨਹੀਂ। ਹਜ਼ੂਰ ਸ਼ਬਦ ਵਰਤ ਰਿਹਾ, ਝੂਠੈ ਮਾਨ ਕਹਾਂ ਕਰੈ। ਨਾਸ਼ਵੰਤ ਪਦਾਰਥਾਂ ਦਾ ਹੰਕਾਰ ਕਿਉਂ ਕਰ ਰਿਹਾ ਹੈ? ਜਗ ਸੁਪਨੇ ਜਿਉ ਜਾਨ, ਇਸ ਜਗਤ ਨੂੰ ਸੁਪਨੇ ਦੀ ਤਰ੍ਹਾਂ ਸਮਝ। ਇਨ ਮੈਂ ਕਛ ਤੇਰੋ ਨਹੀਂ, ਜਿਸ ਨਾਸ਼ਵੰਤ ਪਦਾਰਥ ਦਾ ਤੂੰ ਹੰਕਾਰ ਕਰ ਰਿਹਾ, ਇਹਨਾਂ ਵਿੱਚੋਂ ਇਨ ਮੈਂ ਕਛ ਤੇਰੋ ਨਹੀਂ, ਇਸ ਵਿੱਚੋਂ ਕੁਛ ਵੀ ਚੀਜ਼, ਕੋਈ ਵੀ ਪਦਾਰਥ ਤੇਰਾ ਨਹੀਂ। ਇਹਦਾ ਮਤਲਬ ਤੇਰੇ ਨਾਲ ਨਿਭਣ ਵਾਲਾ ਨਹੀਂ। ਤੇ ਹਜ਼ੂਰ ਕਹਿੰਦੇ ਨੇ, ਨਾਨਕ ਕਹਿਓ ਬਖਾਨ। ਹਜ਼ੂਰ ਕਹਿੰਦੇ ਨੇ, ਮੈਂ ਵਿਖਿਆਨ ਕਰਕੇ ਬੋਲ ਕੇ ਇਹ ਤੈਨੂੰ ਸਮਝਾਉਣਾ ਪਿਆਵਾਂ ਕਿ ਇਨਸਾਨ, ਕਿ ਝੂਠਾ ਮਾਨ, ਝੂਠੇ ਪਦਾਰਥਾਂ ਦਾ ਹੰਕਾਰ ਮਤ ਕਰ, ਇਹਨਾਂ ਵਿੱਚੋਂ ਕੁਛ ਵੀ ਤੇਰਾ ਨਹੀਂ। ਇਹ ਸਤਿਗੁਰੂ ਦੇ ਅੱਜ ਦੇ ਵਿਚਾਰ ਅਧੀਨ ਜੋ ਸ਼ਲੋਕ ਹੈ, ਇਸ ਦੇ ਆਖਰੀ ਅਰਥ ਨੇ। ਕਿਉਂਕਿ ਅਰਜ਼ ਮੈਂ ਰੋਜ਼ ਹੀ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 59 ਸ਼ਬਦ ਔਰ 57 ਸ਼ਲੋਕ, ਸੂਝਵਾਨ ਵਿਚਾਰਵਾਨ ਸੱਜਣ ਇਹ ਸਮਝਦੇ ਨੇ ਕਿ ਇਹਨਾਂ ਵਿੱਚ ਸਤਿਗੁਰਾਂ ਨੇ ਇੱਕ ਗੱਲ ਨੂੰ ਵਾਰ-ਵਾਰ ਦ੍ਰਿੜ ਕਰਾਉਣ ਵਾਸਤੇ, ਉਸੇ ਸਿਧਾਂਤ ਨੂੰ, ਉਸੇ ਉਦਾਹਰਨ ਨੂੰ, ਉਸੇ ਖਿਆਲ ਨੂੰ, ਉਸੇ ਸ਼ਬਦ ਨੂੰ ਸਤਿਗੁਰਾਂ ਨੇ ਵਾਰ-ਵਾਰ ਸਾਨੂੰ ਦ੍ਰਿੜ ਕਰਾਇਆ। ਉਸ ਦਿਨ ਅਸੀਂ ਸ਼ਬਦ ਪੜ੍ਹਿਆ ਸੀ ਕਿ ਜਿਉ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਇੱਥੇ ਮਹਾਰਾਜ ਜੀ ਨੇ ਹੁਣ ਕਹਿ ਦਿੱਤਾ, ਝੂਠੈ ਮਾਨ ਕਹਾਂ ਕਰੈ, ਜਗ ਸੁਪਨੈ ਜੋ ਜਾਨ। ਗੱਲ ਤਾਂ ਉਹੀ ਹੈ, ਪਰ ਇੱਥੇ ਇੱਕ ਸ਼ਬਦ ਨਾਲ ਜਿਹੜਾ ਕਹਿ ਦਿੱਤਾ ਕਿ ਨਾਸ਼ਵੰਤ ਪਦਾਰਥਾਂ ਦਾ ਹੰਕਾਰ ਕਿਉਂ ਕਰ ਰਿਹਾ ਹੈ, ਝੂਠਾ ਕਿਉਂ ਮਾਨ ਕਰ ਰਹੇ, ਝੂਠ ਦਾ। ਇਹ ਜਗਤ ਸੁਪਨਾ ਦੀ ਤਰ੍ਹਾਂ ਸਮਝ। ਹੁਣ ਜਦੋਂ ਇਹ ਸ਼ਬਦ ਆਇਆ ਨਾ ਕਿ ਜਗ ਸੁਪਨਾ ਜਿਉ ਜਾਨ, ਇਹਦਾ ਮਤਲਬ ਜੋ ਜਾਨ ਸ਼ਬਦ ਵਰਤਿਆ, ਇਹਦਾ ਮਤਲਬ ਮਹਿਸੂਸ ਕਰ, ਇਹਨੂੰ ਅਮਲੀ ਤੌਰ 'ਤੇ, ਪ੍ਰੈਕਟੀਕਲ ਤੌਰ 'ਤੇ ਆਪਣੀ ਜ਼ਿੰਦਗੀ 'ਚ ਇਹਨੂੰ ਧਾਰਨ ਕਰ ਕਿ ਜੋ ਕੋਈ ਦਿਸਦਾ ਪਿਆ ਇਹ ਸਿਰਫ ਸੁਪਨਾ ਹੈ। ਉਸ ਦਿਨ ਅਸੀਂ ਵਿਚਾਰ ਸੁਪਨੇ ਦੀ ਕੀਤੀ। ਉਂਝ ਵੈਸੇ ਸੁਪਨੇ ਦੇ ਸੰਬੰਧ ਵਿੱਚ ਅਨੇਕਾਂ ਵਿਦਵਾਨਾਂ ਨੇ, ਸੂਝਵਾਨਾਂ ਨੇ ਬਹੁਤ ਕਿਤਾਬਾਂ ਲਿਖੀਆਂ ਨੇ, ਕੋਈ ਵਿਦਵਤਾ ਦੇ ਜ਼ੋਹਰ ਲਈ ਨਹੀਂ, ਪਰ ਇੱਕ ਬੇਨਤੀ ਕਿ ਜੋ ਕੁਝ ਦਿਸਦਾ ਹੈ ਇਹਦਾ ਹੰਕਾਰ ਨਾ ਕਰ। ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਸਾਨੂੰ ਜੋ ਬਚਨ ਦ੍ਰਿੜ ਕਰਾਏ ਨੇ, ਇੱਕ ਤਾਂ ਹੁੰਦਾ ਵੀ ਕਲਪਨਾ, ਵੀ ਐਵੇਂ ਖਿਆਲੀ ਘੋੜੇ ਨੇ, ਇੱਕ ਹੁੰਦੀ ਹੈ ਹਕੀਕਤ, ਕਪੋਲ ਕਲਪਨਾ ਨਹੀਂ। ਜੋ ਕੁਝ ਗੁਰੂ ਜੀ ਕਹਿੰਦੇ ਪਏ ਨੇ ਉਹ ਹਕੀਕਤ ਹੈ ਕਿ ਇਹਨੂੰ ਜਾਣ, ਇਹਨੂੰ ਸਮਝ। ਇਹਦਾ ਮਤਲਬ ਇਹ ਕਲਪਨਾ ਨਹੀਂ, ਇਹ ਹੋਵੇਗੀ, ਇਹ ਕੁਝ ਹੋਏਗਾ ਜੋ ਤੈਨੂੰ ਅੱਜ ਦੱਸਿਆ। ਇਹਨੂੰ ਜਾਣ ਕੇ ਇਹ ਸਭ ਬਿਨਸਨਹਾਰ ਹੈ। ਇੱਥੇ ਦੋ ਬੇਨਤੀਆਂ ਮੈਂ ਹੋਰ ਕਰਦਿਆਂ। ਉਂਝ ਵੀ ਜਦੋਂ ਇਨਸਾਨ ਬੈਠਦਾ ਹੈ ਕਿਸੇ ਜਗ੍ਹਾ 'ਤੇ ਬੈਠੇ, ਤਕਰੀਬਨ ਇਹਦੀ ਸੁਰਤ ਜਾਂ ਇਹਦਾ ਮਨ ਜਾਂ ਤਾਂ ਬੀਤੇ ਹੋਏ ਸਮੇਂ ਵੱਲ ਰਹਿੰਦਾ ਤੇ ਜਾਂ ਫਿਰ ਆਉਣ ਵਾਲੇ ਸਮੇਂ ਵਾਲੇ ਪਾਸੇ ਤੁਰਿਆ ਜਾਂਦਾ। ਇਉਂ ਫਿਰ ਬੇਨਤੀ ਹੈ, ਜਾਂ ਤਾਂ ਇਹ ਪਾਸਟ ਬਾਰੇ ਸੋਚੀ ਜਾ ਰਿਹਾ ਜੋ ਬੀਤਿਆ, ਤੇ ਜਾਂ ਫਿਰ ਇਹ ਫਿਊਚਰ ਦੀ ਕਲਪਨਾ ਕਰੀ ਜਾ ਰਿਹਾ ਹੈ। ਬੀਤੇ ਹੋਏ ਦਾ ਕਹਿ ਰਿਹਾ ਆਹ ਕੁਝ ਮੇਰੇ ਨਾਲ ਹੋਇਆ, ਤੇ ਆਉਣ ਵਾਲੇ ਬਾਰੇ ਆਪਣੇ ਫੁਰਨੇ ਬਣਾ ਰਿਹਾ ਵੀ ਆਹ ਕੁਝ ਹੋ ਨਾ ਜਾਏ, ਆਹ ਕੁਝ ਹੋ ਜਾਏਗਾ। ਇਹਨੂੰ ਸੂਝਵਾਨ ਵਿਦਵਾਨ ਦੋ ਸ਼ਬਦ ਵਰਤਦੇ ਨੇ, ਇੱਕ ਸਿਮਰਤੀ ਤੇ ਦੂਸਰੀ ਕਲਪਨਾ। ਕਿ ਸਿਮਰਤੀ ਦਾ ਅਰਥ
ਜੋ ਬੀਤੇ ਹੋਏ ਦਿਨ ਨੇ, ਬੀਤੀਆਂ ਹੋਈਆਂ ਯਾਦਾਂ ਨੇ, ਉਹਨਾਂ ਨੂੰ ਚੇਤੇ ਕਰ ਰਿਹਾ। ਇਹੀ ਹੁੰਦਾ ਕਿ ਜਦੋਂ ਵੀ ਆਪਾਂ ਟਿਕਾ ਦੀ ਗੱਲ, ਸਿਮਰਨ ਦੀ ਗੱਲ, ਇਬਾਦਤ ਦੀ ਗੱਲ, ਬੰਦਗੀ ਦੀ ਗੱਲ ਕਰਾਂਗੇ, ਉਸ ਵਕਤ ਸਾਡਾ ਮਨ ਜਿਹੜਾ ਜਾਂ ਤਾਂ ਸਿਮਰਤੀ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ, ਪਤਾ ਨਹੀਂ ਕਿੱਥੇ ਕਿੱਥੇ ਕਈ ਸਾਲ ਪਿਛੋਕੜ ਚਲਾ ਜਾਂਦਾ, ਤੇ ਸਾਡੇ ਧੁਰ ਅੰਦਰ ਜਿਹੜਾ ਸਬ ਕੌਂਸ਼ੀਅਸ ਮਾਈਂਡ ਵਿੱਚ ਵਿਚਾਰਾਂ ਦੀ ਪੋਟਲੀ ਪਈ ਹੈ, ਉਸ ਪੋਟਲੀ ਨੂੰ ਖੋਲ ਕੇ ਉਹਨਾਂ ਖਿਆਲਾਂ ਨੂੰ, ਉਹਨਾਂ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਵਰਤਮਾਨ ਦੇ ਵਿੱਚ ਉਹਨਾਂ ਨੂੰ ਤਾਜ਼ਾ ਕਰੀ ਜਾ ਰਿਹਾ। ਫਿਰ ਬੇਨਤੀ, ਜੋ ਬੀਤਿਆ ਹੈ ਉਹਨੂੰ ਵਰਤਮਾਨ ਵੀ ਤਾਜ਼ਾ ਕਰ ਰਿਹਾ ਕਿ ਆਹ ਕੁਝ ਵਾਪਰਿਆ। ਤੇ ਜੇ ਇਹ ਬੀਤੇ ਬਾਰੇ ਨਾ ਕਰੇ ਤੇ ਫਿਰ ਆਉਣ ਵਾਲੇ ਦੀ ਚਿੰਤਾ ਕਰਦਾ, ਉੱਥੇ ਫਿਰ ਕਲਪਨਾ ਕਰਦਾ। ਬੀਤੇ ਹੋਏ ਲਈ ਸਿਮਰਤੀ ਹੈ ਤੇ ਆਉਣ ਵਾਲੇ ਵਾਸਤੇ ਕਲਪਨਾ ਹੈ। ਉਸ ਕਲਪਨਾ ਦੇ ਵਿੱਚ ਬਹੁਤ ਕੁਝ ਬੰਦਾ ਦੇਖਦਾ ਹੈ, ਆ ਮੇਰਾ ਨੁਕਸਾਨ ਹੋ ਗਿਆ, ਆ ਮੇਰਾ ਫਾਇਦਾ ਹੋ ਗਿਆ। ਮੇਰੇ ਕਹਿਣ ਤੋਂ ਮੁਰਾਦ ਕਿ ਬੀਤੀ ਹੋਈ ਜਿਹੜੀ ਯਾਦ ਹੈ ਉਹ ਅੰਦਰ ਨੂੰ, ਤੇ ਦੂਸਰੀ ਆਉਣ ਵਾਲੀ ਕਲਪਨਾ। ਪਰ ਜੇ ਬੰਦੇ ਨੇ ਕਲਪਨਾ ਕਰਨੀ ਹੈ, ਇਹਨੂੰ ਨੈਗੇਟਿਵ ਨਹੀਂ ਲਿਜਾਣਾ, ਇਹਨੂੰ ਇਹ ਨਹੀਂ ਕਹਿਣਾ ਜੀ ਕਿਉਂ ਚੇਤੇ ਕਰਾ ਦਿੱਤਾ। ਨਹੀਂ, ਜੇ ਕਲਪਨਾ ਕਰਨੀ ਹੈ ਤੇ ਗੁਰੂ ਜੀ ਨੇ ਅੱਜ ਕਿਹਾ ਇਹਨੂੰ ਜਾਣ, ਇਹਨੂੰ ਮਹਿਸੂਸ ਕਰ, ਇਹਨੂੰ ਪ੍ਰੈਕਟੀਕਲ ਤੌਰ 'ਤੇ ਅੰਦਰ ਤੂੰ ਮਹਿਸੂਸ ਕਰ, ਫੀਲ ਕਰ ਕਿ ਆ ਜੋ ਕੋਈ ਤੂੰ ਦੇਖਣਾ ਪਿਆ ਇਹ ਸੁਪਨਾ ਹੈ। ਫਿਰ ਬੇਨਤੀ ਸੁਣੋ, ਝੂਠਾ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ। ਜੇ ਇਨਸਾਨ ਕਲਪਨਾ ਕਰੇ ਤੇ ਇਹ ਕਲਪਨਾ ਜੋ ਮੈਂ ਬੇਨਤੀ ਕਰ ਲੱਗਾ, ਇਹ ਝੂਠ ਨਹੀਂ, ਇਹ ਹਕੀਕਤ ਹੈ। ਇਹ ਖਾਰਕ ਨਾਲ ਇਹ ਕਲਪਨਾ ਨੇ ਇੱਕ ਦਿਨ ਸੱਚਾਈ ਬਣਨਾ। ਇਹਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਹਕੀਕਤ ਬਣ ਤੋਂ ਰੋਕ ਨਹੀਂ ਸਕੇਗੀ। ਕੋਈ ਦਵਾਈ ਨਹੀਂ ਰੋਕ ਸਕੇਗੀ, ਕੋਈ ਵੈਦ ਨਹੀਂ ਰੋਕ ਸਕੇਗਾ, ਕੋਈ ਸਾਇੰਸ ਨਹੀਂ ਰੋਕ ਸਕੇਗੀ, ਕੋਈ ਦਾਨਸ਼ਵਰ ਬੰਦੇ ਨਹੀਂ ਰੋਕ ਸਕਣਗੇ। ਇਸ ਕਲਪਨਾ ਨੇ ਹਕੀਕਤ ਬਣਨਾ ਹੀ ਬਣਨਾ ਹੈ। ਤੇ ਮਹਾਰਾਜ ਕਹਿੰਦੇ ਜਿਸ ਨੇ ਹਕੀਕਤ ਬਣਨਾ ਹੈ, ਉਸ ਕਲਪਨਾ ਵਾਲੇ ਪਾਸੇ ਉਡਾਰੀ ਮਾਰ ਕੇ ਦੇਖ, ਸ਼ਾਇਦ ਇਹ ਮਨਵਾ ਤੇਰਾ ਟਿਕ ਜਾਏ। ਅਸੀਂ ਬਾਣੀ 'ਚੋਂ ਵੀ ਲੈਂਦੇ ਹਾਂ ਬਚਨ ਕਲਪਨਾ ਦੇ ਤੌਰ 'ਤੇ। ਮੈਂ ਅਰਜ਼ ਕੀਤੀ, ਜਦੋਂ ਆਪਣਾ ਆਪਾ ਬੰਦਾ ਦੇਖਦਾ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਵੇ ਕਿ ਆ ਮੇਰੀਆਂ ਵੀ ਅੱਖਾਂ ਨੇ, ਆਪ ਸਭ ਦੀਆਂ ਦੋ ਦੋ ਅੱਖਾਂ ਨੇ। ਇਹ ਅੱਖਾਂ ਦੂਸਰੇ ਦਾ ਚਿਹਰਾ ਬੜੀ ਛੇਤੀ ਵੇਖਦੀਆਂ ਨੇ। ਜਦੋਂ ਵੀ ਤੁਸੀਂ ਦੇਖੋਗੇ 10 ਬੰਦੇ ਬੈਠੇ ਹੋਣ, 20 ਬੈਠੇ ਹੋਣ, ਮੇਰੀਆਂ ਅੱਖਾਂ ਇੱਕੋ ਦਮ ਸਾਰਿਆਂ ਦੇ ਚਿਹਰੇ ਨੂੰ ਦੇਖਣਗੀਆਂ। ਪਰ ਜਿਹੜੀਆਂ ਸਾਰੀ ਦੁਨੀਆ ਦੇ ਚਿਹਰੇ ਨੂੰ ਦੇਖਦੀਆਂ ਨੇ, ਇਹਨਾਂ ਦੀ ਇੱਕ ਕਹਿ ਲਓ ਘਾਟ ਹੈ ਕਿ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਕਦੀ ਨਹੀਂ ਦਿਸਦਾ। ਬਸ ਇਹੀ ਬੰਦੇ ਦੇ ਅੰਦਰ ਦੀ ਅੱਖ ਹੈ। ਇਹ ਦੂਸਰਿਆਂ ਦੇ ਔਗਣ ਦੇਖੀ ਜਾਂਦਾ ਹੈ, ਪਰ ਸੱਚ ਇਹ ਵੇ ਅੰਦਰ ਦੀ ਅੱਖ ਨਾਲ ਆਪਣੇ ਗਿਰਵਾਨ ਵਿੱਚ ਕਦੀ ਝਾਤੀ ਨਹੀਂ ਮਾਰਦਾ। ਹਜ਼ੂਰ ਨੇ ਬਾਣੀ 'ਚ ਬਚਨ ਕਹੇ ਵੀ ਇਹ ਕਲਪਨਾ ਹਕੀਕਤ ਬਣੇਗੀ। ਜਿਵੇਂ ਮੈਂ ਇੱਕ ਉਦਾਹਰਨ ਦੇਣਾ, ਮਨ ਨਹੀਂ ਟਿਕਦਾ। ਜ਼ਿੰਦਗੀ ਵਿੱਚ ਕਈ ਵਾਰੀ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਧੁਰ ਅੰਦਰ ਤੋਂ ਬੰਦੇ ਨੂੰ ਖਲਾ ਕੇ ਚਲੀਆਂ ਜਾਂਦੀਆਂ ਨੇ। ਪਰਿਵਾਰ ਵਿੱਚੋਂ ਕਿਸੇ ਦੀ ਮੌਤ ਹੋ ਜਾਣੀ, ਨਜ਼ਦੀਕੀ ਦਾ ਕੋਈ ਸੱਜਣ ਚਲਾ ਜਾਣਾ, ਜਾਂ ਬਾਹਰ ਮੁਖੀ ਐਸੀਆਂ ਘਟਨਾਵਾਂ ਵਾਪਰਨੀਆਂ, ਬੰਦਾ ਭੈ ਵੀ ਚਲਾ ਜਾਣਾ। ਪਰ ਜਿਹੜੀ ਮੈਂ ਅਰਜ਼ ਕਰਨ ਲੱਗਾ, ਕਲਪਨਾ ਹਕੀਕਤ ਬਣੇਗੀ। ਸੁਪਨਾ ਇੱਕ ਕਲਪਨਾ ਹੈ, ਆਪਾਂ ਕਲਪਨਾ ਹੀ ਕਰ ਰਹੇ ਹਾਂ ਕੋਈ ਜੋਕ ਜਿਹਾ ਹੈ, ਪਰ ਇਸ ਕਲਪਨਾ ਨੇ ਹਕੀਕਤ ਬਣਨਾ। ਹਕੀਕਤ ਦਾ ਮਤਲਬ ਨਾਸ਼ਵਾਨਤਾ ਜੋ ਕਹਿ ਰਹੇ ਨੇ ਗੁਰਦੇਵ, ਇਹ ਕੁਝ ਹਕੀਕਤ ਵਿੱਚ ਬਦਲੇਗਾ ਜਿਹਦਾ ਮਾਨ ਬੰਦਾ ਕਰ ਰਿਹਾ ਹੈ, ਤੇ ਇਹਦੇ ਵਿੱਚੋਂ ਕੋਈ ਚੀਜ਼ ਆਪਣੀ ਵੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਕਲਪਨਾ ਦੇ ਤੌਰ 'ਤੇ ਕਦੀ ਅਸੀਂ ਸੋਚੀਏ ਇਕਾਂਤ ਵਿੱਚ ਬੈਠ ਕੇ। ਮੈਂ ਕਹਿੰਦਾ ਚਲੋ ਕੋਈ ਮੰਤਰ ਨਹੀਂ, ਕੋਈ ਸ਼ਬਦ ਨਹੀਂ, ਕੁਛ ਨਹੀਂ, ਸਿਰਫ 2-4 ਮਿੰਟ ਆਪਣੇ ਫੁਰਨਿਆਂ ਨਾਲ ਆਪਣੇ ਅੰਦਰ ਦੀ ਉਹ ਕਲਪਨਾ ਕਰੀਏ। ਕੀ ਕਲਪਨਾ? ਮੰਨ ਲਓ ਆਹ ਸਰੀਰ, ਪਰਿਵਾਰ 'ਚ ਅਸੀਂ ਰਹਿ ਰਹੇ ਹਾਂ, ਸੰਸਾਰ 'ਚ ਰਹਿ ਰਹੇ ਹਾਂ, ਤੇ ਜਿਉਂਦੇ ਜੀ ਸਭ ਕੁਝ ਆਪਣਾ ਦਿਸ ਰਿਹਾ। ਇੱਥੇ ਪਰਿਵਾਰ ਵੀ ਆਪਣਾ ਦਿਸਦਾ ਹੈ, ਘਰ ਵੀ ਆਪਣਾ ਦਿਸਦਾ ਹੈ, ਰਿਸ਼ਤੇਦਾਰ ਵੀ ਆਪਣੇ ਦਿਸਦੇ ਨੇ, ਬਾਜ਼ਾਰ ਵੀ ਆਪਣਾ ਦਿਸਦਾ ਹੈ, ਸਭ ਕੁਝ ਆਪਣਾ ਨਜ਼ਰ ਆ ਰਿਹਾ। ਪਰ ਜੇ ਕਦੀ ਸੋਚੀਏ ਜਿਹੜੀ ਹਕੀਕਤ ਹੋਣ ਵਾਲੀ, ਵੀ ਆਹ ਹੀ ਮੇਰਾ ਸਰੀਰ ਜਿਹਨੂੰ ਸਾਰੇ ਪਸੰਦ ਕਰ ਰਹੇ ਆ,
ਇਹ ਮਤਲਬ ਕਹਿਣ ਤੋਂ ਮੁਰਾਦ ਪਰਿਵਾਰ ਦੇ ਜੀ ਜਾਂ ਸੰਸਾਰ। ਉਹ ਸਮਾਂ ਆ ਗਿਆ, ਹਕੀਕਤ ਬਣ ਲੱਗਾ, ਜਿਸ ਦਾ ਬਾਣੀ ਨੇ ਉੱਚੀ ਉੱਚੀ ਸ਼ਬਦ ਵਿੱਚ ਦੁਹਾਈ ਦਿੱਤੀ। ਉਹ ਹਕੀਕਤ ਦਾ ਅਰਥ ਮੌਤ। ਉਹ ਕਲਪਨਾ ਜਿਹੜੀ ਸੀ ਹਕੀਕਤ 'ਚ ਬਦਲ ਲੱਗੀ। ਕਦੀ ਇਸ ਨੂੰ ਸੋਚ, ਉਹ ਮੌਤ ਆਈ ਤੇ ਤੂੰ ਥੋੜਾ ਜਿਹਾ ਦ੍ਰਿਸ਼ਟਾ ਬਣ ਕੇ ਦੇਖ। ਜੇ ਮਨ ਨਹੀਂ ਨਾ ਟਿਕਦਾ, ਇਹਨੂੰ ਇਸ ਤਰ੍ਹਾਂ ਸਮਝਾ ਮਨਾ, ਇਸ ਢੰਗ ਨਾਲ ਤੂੰ ਦ੍ਰਿਸ਼ਟਾ ਬਣ ਕੇ ਦੇਖ ਵੀ ਤੇਰੀ ਮੌਤ ਹੋ ਚੁੱਕੀ ਹੈ। ਘਰ ਉਹੀ ਹੈ, ਕਮਰੇ ਉਹੀ ਨੇ, ਪਰਿਵਾਰ ਉਹੀ ਹੈ। ਤੇ ਜਿਹੜੇ ਮੁਹੱਬਤ ਕਰਨ ਵਾਲੇ ਸਨ, ਕੋਈ ਰੁਦਨ ਕਰਦਾ, ਕੋਈ ਵੈਣ ਪਾਉਂਦਾ, ਤੂੰ ਦ੍ਰਿਸ਼ਟਾ ਬਣ ਕੇ ਦੇਖ। ਪਰ ਤੇਰਾ ਤਨ ਇੱਕ ਮੰਜੇ ਤੇ ਲਿਟਾ ਦੇਣ, ਭਾਵੇਂ ਜ਼ਮੀਨ ਤੇ ਲਿਟਾ ਦੇਣ, ਭਾਵੇਂ ਬਰਫ਼ 'ਚ ਲਾ ਦੇਣ, ਤੇ ਭਾਵੇਂ ਇਹਨੂੰ ਬਾਹਰ ਧੁੱਪੇ ਰੱਖ ਦੇਣ, ਤੇਰੇ ਤੇ ਕੋਈ ਅਸਰ ਨਹੀਂ। ਤੂੰ ਦੇਖ ਫਿਰ ਉਹ ਪਰਿਵਾਰ ਜਿਹਨੂੰ ਤੂੰ ਆਪਣਾ ਕਹਿ ਰਿਹਾ, ਜਿਨ੍ਹਾਂ ਪਦਾਰਥਾਂ ਨੂੰ ਆਪਣਾ ਕਹਿ ਰਿਹਾ, ਉਹ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤੇ ਉਹ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ। ਫਿਰ ਮੇਰੀ ਬੇਨਤੀ ਸੁਣੋ, ਇਹ 2-4 ਮਿੰਟ ਦਾ ਕਲਪਨਾ ਦਾ ਇੱਕ ਫੁਰਨਾ ਹੈ, ਤੇ ਜੋ ਹਕੀਕਤ ਬਣਨਾ, ਕਲਪਨਾ ਮੈਂ ਅੱਜ ਕਹਿ ਰਿਹਾ, ਪਰ ਕੱਲ ਨੂੰ ਇਸ ਹਕੀਕਤ ਬਣਨਾ। ਸਰੀਰ ਪਿਆ ਹੈ, ਪਰਿਵਾਰ ਦੇ ਜੀ ਇਕੱਠੇ ਹੋ ਗਏ ਆ, ਸਾਕ ਸੰਬੰਧੀ ਇਕੱਠੇ ਹੋਏ ਆ, ਤੇ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ ਉਹ 2-3 ਹੀ ਗੱਲਾਂ ਕਰ ਰਹੇ ਆ ਵੀ ਆਪਾਂ ਸੰਸਕਾਰ ਦਾ ਟਾਈਮ ਕਿਹੜਾ ਰੱਖਿਆ, ਇਹਦਾ ਚੌਥਾ ਕਿੱਦਣ ਕਰਨਾ, ਗੀਠਾ ਕਿੱਦਣ ਸਮੇਟਣਾ ਜੋ ਕਹਿੰਦੇ ਆ, ਤੇ ਉਸ ਤੋਂ ਬਾਅਦ ਇਹ ਦੱਸਦੇ ਆ ਜੇ ਭੋਗ ਕਿੱਦਣ ਪਾਣਾ। ਤੂੰ ਬਸ ਇਹ ਗੱਲ ਨੂੰ ਚੇਤੇ ਰੱਖੀ, ਇਸ ਹਕੀਕਤ ਨੂੰ, ਕਿ ਜਿਸ ਘਰ ਨੂੰ ਤੂੰ ਸਾਰੀ ਜ਼ਿੰਦਗੀ ਆਪਣਾ ਸਮਝਦਾ ਰਿਹਾ ਹੈ, ਸਭ ਤੋਂ ਪਹਿਲਾਂ ਕਿਸੇ ਵੀ ਬੰਦੇ ਨੇ ਇਹ ਖਾਮੀ ਨਹੀਂ ਭਰੀ, ਇਸ ਬੰਦੇ ਨੂੰ ਕਿੰਨੇ ਦਿਨ ਘਰ ਰੱਖਣਾ ਹੈ। ਇਹ ਕਿਹਾ ਜਾਂਦਾ ਵੀ ਇਹਨੂੰ ਕਿੰਨੇ ਵਜੇ ਘਰੋਂ ਬਾਹਰ ਕੱਢਣਾ ਹੈ। ਉਸ ਤੋਂ ਬਾਅਦ ਤੇਰਾ ਇਸ਼ਨਾਨ ਕਰਾਇਆ। ਮੈਂ ਬੇਨਤੀ ਕੀਤੀ, ਦ੍ਰਿਸ਼ਟਾ ਬਣ ਕੇ ਨਾ ਐਵੇਂ ਗੱਪ ਜੀ ਨਾ ਸਮਝਿਓ। ਇਹ ਹਕੀਕਤ ਮੇਰੇ ਤੁਹਾਨੂੰ ਸਭ ਨਾਲ ਵਾਪਰਨੀ ਹੈ ਤੇ ਬਾਣੀ ਵਿੱਚ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਸਮਝ, ਇਸ਼ਨਾਨ ਕਰਾ ਦਿੱਤਾ, ਉੱਤੇ ਬਸਤਰ ਪਾ ਦਿੱਤੇ, ਤੇ ਤੈਨੂੰ ਅਰਥੀ ਲਾ ਕੇ, ਮੋਢਾ ਲਾ ਕੇ ਅਰਥੀ ਚੁੱਕ ਕੇ ਤੁਰ ਪਏ। ਸ਼ਮਸ਼ਾਨ ਘਾਟ ਵਿੱਚ ਗਏ, ਲੋਕ ਇਕੱਠੇ ਹੋਏ ਸਨ, ਪਤਾ ਲੱਗ ਗਿਆ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਤੇ ਆਪਣੇ ਕਾਰੋਬਾਰ 'ਚ ਕਹਿੰਦੇ ਨੇ ਕੋਈ ਨਹੀਂ ਜੀ, ਅੱਧਾ ਘੰਟਾ ਵੇਖਿਓ, ਮੈਂ ਆਇਆ ਲਓ, ਬਸ ਇੱਕ ਵਾਰੀ ਮੈਂ ਸੰਸਕਾਰ 'ਚ ਸ਼ਾਮਲ ਹੋਵਾਂ। ਕੁਝ ਲੋਕ ਤੇਰੇ ਦੁਆਲੇ ਖਲੋਤੇ, ਤੇਰੇ ਤਨ ਨੂੰ ਲੱਕੜਾਂ 'ਚ ਰੱਖ ਕੇ, ਉੱਤੇ ਲੱਕੜਾ ਰੱਖ ਕੇ ਇਹਨੂੰ ਅੱਗ ਲਾ ਦਿੱਤੀ। ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਪਹਿਲੀ ਗੱਲ ਸਾਰਿਆਂ ਨੇ ਕੀ, ਦੂਰ ਦੂਰ ਹੋ ਜਾਓ। ਯਾਦ ਰੱਖਿਓ ਬੰਦਿਆ, ਇਹ ਹਕੀਕਤ ਹੀ, ਜਿਹੜੇ ਨੇੜੇ ਨੇੜੇ ਢੋਕੇ ਬਹਿੰਦੇ ਸਨ, ਅੱਜ ਲਾਂਬੂ ਲਾ ਕੇ ਸਾਰੇ ਦੂਰ ਖਲੋਤੇ ਦੇਖਦੇ ਪਏ। ਕੋਈ 20 ਫੁੱਟ ਦੂਰ ਹੈ, ਕੋਈ 50 ਫੁੱਟ ਦੂਰ ਹੈ, ਸਾਰੇ ਦੇਖਦੇ ਪਏ। ਜਦੋਂ ਪੂਰਾ ਮੱਚਣ ਲੱਗ ਪਿਆ, ਉਸੇ ਵਕਤ ਅਰਦਾਸ ਕੀਤੀ, ਪਾਠ ਕੀਤਾ, ਗੁਰਦੁਆਰੇ ਆਏ। ਪਿਆਰਿਆ, ਤੂੰ ਰਾਤ ਮੱਚਦਾ ਰਿਹਾ, ਸਰੀਰ ਮੱਚਦਾ ਰਿਹਾ, ਕੋਈ ਨੇੜੇ ਨਹੀਂ ਟੁਕਿਆ। ਹਾਂ, ਜਿਸ ਦਿਨ ਅੰਗੀਠਾ ਸਮੇਟਣਾ ਸੀ ਉਸ ਦਿਨ ਆਏ, ਉਹਨਾਂ ਸਾਰੇ ਇਕੱਠੇ ਕਰਕੇ ਜਿਹੜੇ ਜੋ ਕੁਝ ਵੀ ਸੀ ਤੇਰਾ, ਸਾਰੀ ਜ਼ਿੰਦਗੀ ਜਿਸ ਬੰਦੇ ਨੂੰ ਕੁਝ ਵੀ ਨਹੀਂ ਸਮਝਿਆ, ਉਹਦੀਆਂ ਖੱਡੀਆਂ ਨੂੰ ਵੀ ਫੁੱਲ ਕਹਿਣ ਲੱਗ ਪਏ। ਅੰਗੀਠਾ ਸਮੇਟ ਦਿੱਤਾ, ਪੋਟਲੀ 'ਚ ਪਾ ਕੇ ਤੈਨੂੰ ਲੈ ਗਏ, ਚੱਲਦੇ ਪਾਣੀ 'ਚ ਪ੍ਰਵਾਹ ਕਰ ਦਿੱਤਾ। ਬਸ ਤੇਰੀ ਜਿਹੜੀ ਖੋਂਦ ਸੀ, ਇਹਦੇ ਪ੍ਰਵਾਹ ਕਰਨ ਦੇ ਨਾਲ ਹੀ ਖਤਮ ਹੋ ਗਈ। ਹਾਲਾਂਕਿ ਖੂਨ ਤਾਂ ਉਦੋਂ ਹੀ ਚਲੀ ਗਈ ਜਦੋਂ ਪ੍ਰਾਣ ਚਲੇ ਗਏ, ਪਰ ਜੋ ਕੋਈ ਤੇਰਾ ਢਾਂਚਾ ਸੀ, ਜਦੋਂ ਪਾਣੀ ਸੱਟਿਆ, ਕਹਾਣੀ ਖਤਮ ਹੋ ਗਈ। ਆਏ, ਤੇਰੀਆਂ ਗੱਲਾਂ ਕੀਤੀਆਂ, ਤੇਰਾ ਪਾਠ ਕੀਤਾ, ਅਰਦਾਸ ਕੀਤੀ, ਉਦੋਂ ਬਾਅਦ ਘਰ ਦੀ ਇੱਕ ਦੀਵਾਰ 'ਤੇ ਫੋਟੋ ਲਾ ਦਿੱਤੀ। ਪਿਆਰਿਆ, ਬਸ ਆਹ ਕੁਝ ਤੇਰੇ ਨਾਲ ਵਾਪਰਨ ਵਾਲਾ ਹੈ, ਇਹਨੂੰ ਹਕੀਕਤ ਜਾਣ। ਜੋ ਕੁਝ ਦੇਖ ਰਿਹਾ, ਜਿਵੇਂ ਰਾਤ ਨੂੰ ਸੁਪਨਾ ਦਿਨੇ ਝੂਠਾ ਹੋ ਜਾਂਦਾ ਹੈ, ਜਦੋਂ ਬੰਦਾ ਜਾਗ ਪਏ ਤੇ ਸੱਚ ਇਹ ਵੇ ਸੁਪਨਾ ਲਿਆ ਹੋਇਆ ਝੂਠਾ ਫਾਸਦਾ ਹੈ, ਤੇ ਜਦੋਂ ਬੰਦੇ ਦਾ ਅੰਦਰ ਜਾਗ ਪੈਂਦਾ ਹੈ, ਉਦੋਂ ਸੰਸਾਰ ਦਾ ਜੋ ਕੁਝ ਆਪਣਾ ਸਮਝਦਾ ਹੈ, ਉਹ ਵੀ ਸੱਚ ਇਹ ਵੇ ਕਿ ਸੁਪਨੇ ਦੀ ਤਰ੍ਹਾਂ ਸਮਝ ਲੱਗ ਜਾਂਦੀ ਹੈ। ਜਾਗਿਆ ਹੋਇਆਂ ਨੂੰ ਪਤਾ ਲੱਗ ਜਾਂਦਾ ਇਹ ਥੋੜ ਚਿਰਾਗ। ਮੈਂ ਅਰਜ਼ ਕੀਤੀ ਹੈ ਤਾਂ ਕਲਪਨਾ ਮੈਂ ਕੀਤੀ ਵੀ ਆਹ ਹੋਇਆ, ਪਰ ਇਹ ਹਕੀਕਤ ਨਹੀਂ ਬਣਨੀ। ਭਗਤਾਂ ਮਹਾਂਪੁਰਖਾਂ ਨੇ ਬਾਣੀ 'ਚ ਕਿਹਾ, ਜਿਵੇਂ ਅਸੀਂ ਪਾਠ ਕਰਨੇ ਆ, ਗੁਰਦੇਵ ਦਾ ਇੱਕ ਬਚਨ ਹੈ, ਹਜ਼ੂਰ ਨੇ ਫਰਮਾਇਆ, ਕਬੀਰ ਹਾਡ ਜਰੈ ਜਿਉਂ ਲਾਕਰੀ। ਉਹ ਕਹਿੰਦੇ ਨੇ, ਆਹ ਮੈਂ ਦੇਖਿਆ ਹੱਡ ਇਸ ਤਰ੍ਹਾਂ ਮੱਚਦੇ ਨੇ ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ ਲੱਗੀ।
हाट जरै ज्यों लाकड़ी, केस जरै ज्यों घास, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਨੇ ਇਸ ਜਗਤ ਨੂੰ ਸੜਦਿਆਂ ਵੇਖ ਕੇ ਉਦਾਸੀਨਤਾ ਉਪਰਾਮਤਾ ਆ ਗਈ ਮਨਾ ਕਿ ਇੱਕ ਦਿਨ ਇਹ ਤੇਰੇ ਨਾਲ ਵੀ ਹੋਣਾ ਹੈ। ਇਸੇ ਨੂੰ ਬਾਣੀ 'ਚ ਭਗਤ ਸਾਹਿਬ ਜੀ ਨੇ ਕਿਹਾ, ਰਵਿਦਾਸ ਜੀ ਮਹਾਰਾਜ ਜੀ ਨੇ, ਕਿ ਸੰਗ ਚਲਤ ਹੈ ਹਮ ਵੀ ਚਲਣਾ। ਉਹਨਾਂ ਨੇ ਹਕੀਕਤ ਕਹੀ ਵੀ ਸਾਥੀ ਚਲੇ ਗਏ, ਆਪਾਂ ਵੀ ਜਾਣਾ। ਸੰਗ ਚਲਤਾ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਸੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹਮ ਪੀ ਵੰਨਾ ਡੂਮਣੀ ਰੋਵਾਂ ਚੀਣੀ ਬਾਣ। ਮੈਂ ਸਿਰਫ ਥੋੜੀ ਜਿਹੀ ਆਰੰਭ 'ਚ ਅਰਜ਼ ਕੀਤੀ ਹੈ ਕਿ ਇਹ ਹਕੀਕਤ ਹੈ ਕਿ ਮੇਰੇ ਨਾਲ ਤੁਹਾਡੇ ਨਾਲ ਸਭ ਨਾਲ ਵਾਪਰਨਾ ਹੈ, ਪਰ ਇਹਦੇ ਵਿੱਚ ਇਹ ਨਹੀਂ ਉਦਾਸੀਨਤਾ ਤੇ ਵੀ ਆਪਾਂ ਕੱਲ ਨੂੰ ਮਰ ਜਾਣਾ। ਤੇ ਮਹਾਰਾਜ ਕਹਿੰਦੇ ਮਰਨ ਤੋਂ ਪਹਿਲਾਂ ਕੁਝ ਕਰ ਲੈ। ਹਜ਼ੂਰ ਨੇ ਇਸ ਗੱਲ ਨੂੰ ਸਮਝਾਉਣ ਲਈ ਥੋੜ੍ਹੇ ਜਿਹੇ ਬਚਨ ਅਸੀਂ ਲਾਂਗੇ ਕਿ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ, ਅੱਜ ਸਿੰਘ ਸਾਹਿਬ ਨਾਲ ਗੱਲ ਵੀ ਕਹਿ ਰਹੇ ਸਨ, ਇੱਕ ਪਾਸੇ ਮਾਇਆ ਹੈ, ਇੱਕ ਪਾਸੇ ਮਾਲਕ ਹੈ। ਕੁਝ ਸੱਜਣ ਐਸੇ ਨੇ ਜਿਹੜੇ ਮਾਇਆ ਨੂੰ ਆਪਣਾ ਸਭ ਕੁਝ ਸਮਝਦੇ ਨੇ, ਉਹਦੇ ਤੇ ਮਾਣ ਕਰਦੇ ਨੇ, ਤੇ ਕੁਝ ਇਬਾਦਤ ਕਰਨ ਵਾਲੇ ਐਸੇ ਨੇ ਜਿਹੜੇ ਆਪਣੇ ਮਾਲਕ ਉੱਤੇ ਮਾਣ ਕਰਦੇ। ਹੁਣ ਮੈਂ ਇਹ ਕੁਛ ਬਾਣੀ 'ਚੋਂ ਬੇਨਤੀਆਂ ਕਰਨ ਲੱਗਾ, ਤੇ ਮੈਂ ਕੱਲ ਵੀ ਆਪ ਨੂੰ ਕਿਹਾ ਸੀ, ਇਹ ਕਥਾ ਸਿਰਫ ਤੇ ਸਿਰਫ ਗੁਰਬਾਣੀ ਦੀ ਵਿਆਖਿਆ ਲਈ ਹੈ, ਇਹ ਕੱਬੇ ਸੱਜੇ ਵਾਸਤੇ ਨਹੀਂ। ਹਜ਼ੂਰ ਨੇ ਇੱਥੇ ਫਿਰ ਬਚਨ ਕੀਤਾ, ਜਿਉਂ ਝੂਠਾ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ। ਝੂਠਾ ਮਾਨ ਕਾਹਦਾ ਕਰਨਾ ਹੈ, ਤੂੰ ਪਦਾਰਥਾਂ ਦਾ ਮਾਨ ਕਾਹਦਾ ਕਰਨਾ ਹੈ। ਇਨ ਮੈਂ ਕੱਛ ਤੇਰੋ ਨਹੀਂ, ਇਸ ਵਿੱਚ ਕੁਝ ਤੇਰਾ ਨਹੀਂ। ਇੱਕ ਸਤਿਗੁਰਾਂ ਦਾ ਬਚਨ ਹੁੰਦਾ, ਉਹਦੇ ਵਿੱਚ ਸਤਿਗੁਰੂ ਨੇ ਸਾਰੇ ਗਿਣ ਦਿੱਤੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਝੂਠਾ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ, ਇਨ ਮੈਂ ਕੱਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਜਿਹੜੇ ਰਾਜ ਕਰਦੇ ਨੇ ਬਾਦਸ਼ਾਹ, ਇਹਨਾਂ ਦੇ ਅੱਗੇ ਅਹਿਲਕਾਰ, ਇਹਨਾਂ ਦੀ ਪ੍ਰਜਾ, ਇਹਨਾਂ ਦੇ ਚੌਧਰੀ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ। ਜਿਹੜੇ ਵੱਡੇ ਵੱਡੇ ਬਾਜ਼ਾਰ ਨੇ, ਅੱਜ ਅਸੀਂ ਕਹਿੰਦੇ ਹਾਂ ਕੰਪਲੈਕਸ ਬਣ ਗਏ, ਪਲਾਜ਼ੇ ਬਣ ਗਏ, ਆਹ ਕੁਝ ਬਣਾ ਦਿੱਤਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਤੇਰੀਆਂ ਅੱਖਾਂ ਨੂੰ ਭੁਲੇਖਾ ਪਾਇਆ ਉਹ ਮਨਾ, ਇਹਨਾਂ ਨੇ ਇੱਕ ਦਿਨ ਰੱਬ ਦੇ ਹੁਕਮ ਦੇ ਵਿੱਚ ਜ਼ਮੀਨ ਦੇ ਵਿੱਚ ਢਹਿਣਾ ਹੀ ਢਹਿਣਾ ਹੈ, ਇਹ ਗਰਕ ਹੋਣਗੇ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ, ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ। ਮਹਾਰਾਜ ਕਹਿ ਰਹੇ ਨੇ ਝੂਠਾ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ। ਮੈਂ ਉਸ ਤੇ ਬੇਨਤੀ ਕਰ ਰਿਹਾ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ, ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਇਹਦਾ ਅਰਥ ਵੈਸੇ ਖੇਣੀ ਹੈ। ਮਹਾਰਾਜ ਕਹਿੰਦੇ ਨੇ ਪੱਕੇ ਘਰ, ਭਾਵੇਂ ਕਿਸੇ ਦਾ ਘਰ ਅੰਬਾਰ ਲੱਗੇ ਨੇ ਦੌਲਤ ਦੇ, ਜਾਂ ਭੰਡਾਰੇ ਭਰੇ ਪਏ ਦੌਲਤ ਦੇ, ਮਹਾਰਾਜ ਕਹਿੰਦੇ ਨੇ ਜਦੋਂ ਪ੍ਰਾਣ ਨਿਕਲੇ ਪਿਆਰਿਆ ਸੱਚ ਜਾਣੀ ਕਿ ਇਹ ਸਭ ਕੁਝ ਇੱਕ ਖਿੰਨ ਵਿੱਚ ਬਗਾਨਾ ਹੋ ਜਾਣਾ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ, ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਚਲੋ ਅੱਜ ਜਿਹੜੀਆਂ ਨੇ ਘੋੜੇ ਨੇ ਕੋਈ ਵਰਦ ਦਾ ਸ਼ੌਂਕ ਨਾਲ ਰੱਖਦੇ ਆ ਕਈ ਸੱਜਣ, ਅੱਜ ਗੱਡੀਆਂ ਨੇ ਜਿਹੜੀਆਂ ਕੀਮਤੀ ਤੋਂ ਕੀਮਤੀ। ਇੱਥੇ ਸਤਿਗੁਰੂ ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਤੂੰ ਮਾਣ ਕਰ ਰਿਹਾ। ਪੁਰਾਤਨ ਸਮਾਂ ਸੀ, ਇੱਥੇ ਸਤਿਗੁਰੂ ਨੇ ਤਾਜੀ ਅਰਬੀ ਘੋੜੇ, ਸੋਹਣੇ ਰੱਥ, ਕੀਮਤੀ ਊਠ, ਸੋਹਣੇ ਖੋਦੇ, ਪਲਾਣੇ ਜਿਹਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਖੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ, ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲ ਕਰ ਬਾਰ ਕਿੱਥੇ ਸੈ ਆਪਣੇ, ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ। ਮੈਂ ਤਾਂ ਸਾਰੇ ਗਿਣ ਦਿੱਤੇ ਇਸੇ ਬਚਨ 'ਚ ਕਿ ਇਹਨਾਂ ਪਦਾਰਥਾਂ ਦਾ ਮਾਣ, ਮੇਰਾ ਘਰ, ਮੇਰੀ ਦੌਲਤ, ਮੇਰੀਆਂ ਗੱਡੀਆਂ, ਮੇਰੀ ਜ਼ਮੀਨ, ਮੇਰਾ ਫਾਰਮ ਹਾਊਸ, ਮੇਰੇ ਬਾਗ। ਮਹਾਰਾਜ ਕਹਿੰਦੇ ਤੈਨੂੰ ਇੱਕ ਇੱਕ ਚੀਜ਼ ਦੱਸਣਾ ਪਿਆ ਕਿ ਇਹਦੇ ਵਿੱਚੋਂ ਕੋਈ ਪਦਾਰਥ ਤੇਰੇ ਨਾਲ ਨਿਭਣ ਵਾਲਾ ਨਹੀਂ।
ताजी रत तुकार हाथी पाखरे, बाग मिल कर बार किथै सै आपने, तंबू पलंग निवार सरायचे लालती। आ तेरे कीमती निवारी पलंग, पहला पलंग निवारी वरते हुंदे सन, बजुर्गों नूं पता। तेरे कीमती रेशमी कपड़े, तेरियां कनातां तेरे चंदोवे, तंबू पलंग निवार सरायचे लालती, नानक सच दातार। ये सब झूठा है, ਇਹਦਾ मान झूठा है, पर एक दातार देने वाला दाता सच्चा है। नानक सच दातार शनाखत कुदरती, ओदी पहचान जे करनी है, शनाखत करनी है तो ओदी रची हुई कुदरत विचों हुंदी है। हुण इहदे विच सतगुरु ने दसता भी आ सब कुछ झूठ है। कई बारी असीं जदों सतगुरु दे बचनां नूं पढ़ने हाँ तो मन ये कहता भी चलो ठीक है, ये कुछ होना ही है, जां उंज वैसे महसूस नहीं करता अंदर, जिवें सुत्ता जिहा बंदा पढ़ लैंदा है, सुत्ता जिहा बोल रहिंदा है। जिदन बंदा कोई जागदा है ना, जागे होए दा जदों सुपना टुटदा है, फिर वो देखदा मैं देख की रिहा सां ते हकीकत है कि। इसे नूं गुरु तेग बहादुर साहब जी ने उन्हां दे दो बचन ने जी, खास करके इस सलोक की व्याख्या लई दास ने अज लै। एक तो सतगुरां दे बचन ने, मन रे कहाँ भयो तै बौरा, झल्ला हो गया इन झूठे पदार्थां दे नशे च, झूठा मान कहाँ करे। मन रे कहाँ भयो तै बौरा, ऐन सौद घटै नहीं जानै, भयो लोभ संघोरा। जो तन तै अपनों कर मान्यो, अर सुंदर ग्रह नारी। झूठा मान कहाँ करे, जो तन तै अपनों कर मान्यो, जिस तन नूं तू अपना समझिया। अर सुंदर ग्रह नारी, अपने घर विच इस्त्री नूं, घर नूं, हर सुहापन नूं तो अपना जाने। मन रे कहाँ भयो तै बौरा, ऐन सौद घटै नहीं जानै, भयो लोभ संघोरा। जो तन तै अपनों कर जान्यो, अर सुंदर ग्रह नारी। इनमें कछ तेरो रे नाहन, देखो सोच विचारी। इनमें कछ तेरो रे नाहन, ਇਹਦੇ ਵਿੱਚੋਂ ਕੁਝ ਵੀ ਤੇਰਾ ਨਹੀਂ। ਉਹਨਾਂ ਦਾ ਇੱਕ ਹਜ਼ੂਰ ਦਾ ਇੱਕ ਬਚਨ ਹੋਰ ਹੈ, ਉਸ ਵਿੱਚ ਮੈਨੂੰ ਇੰਝ ਲੱਗਦਾ ਸਾਨੂੰ ਨੀਂਦ ਜੋ ਝੰਜੋੜਦੇ ਪਏ ਆ ਕਿ ਬੰਦਿਆ ਤੂੰ ਉੱਠ। ਹੁਣ ਵੈਸੇ ਇੱਕ ਹੁੰਦਾ ਸਰੀਰਕ ਤੌਰ 'ਤੇ ਜਾਗਣਾ, ਜਿਵੇਂ ਮੰਨ ਲਓ ਰਾਤ ਸੁੱਤੇ ਸਵੇਰੇ ਆਪਾਂ ਜਾਗ ਪਏ, ਬਸ ਦੋ ਤਰ੍ਹਾਂ ਉਂਝ ਜਾਗਣਾ ਸੌਣਾ ਕਈ ਤਰ੍ਹਾਂ ਦਾ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਜੀ, ਇੱਕ ਤਰ੍ਹਾਂ ਦਾ ਥੋੜ੍ਹਾ ਸੌਣਾ, ਇੱਕ ਤਰ੍ਹਾਂ ਦਾ ਥੋੜ੍ਹਾ ਜਾਗਣਾ। ਹੁਣ ਕਈ ਐਸੇ ਨੇ ਜਿਹੜੇ ਜਾਗਦੇ ਵੀ ਸੁੱਤੇ ਆ, ਤੇ ਕਈ ਰੱਬ ਦੀ ਬਖਸ਼ਿਸ਼ ਵਾਲੇ ਐਸੇ ਆ ਜਿਹੜੇ ਸੁੱਤੇ ਹੋਏ ਵੀ ਜਾਗਦੇ ਆ। ਕਈ ਜਾਗਦੇ ਹੋਏ ਸੁੱਤੇ ਆ, ਕਿਵੇਂ? ਉਹ ਬੋਲਦੇ ਆ, ਸੁਣਦੇ ਆ। ਮਹਾਰਾਜ ਨੇ ਉਹਨਾਂ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹਨਾਂ ਦਾ ਹਰ ਇੰਦਰੇ ਨੂੰ ਨੇਸਤੀ ਹੈ, ਹਰ ਇੰਦਰਾ ਸੁੱਤਾ ਹੋਇਆ ਹੈ, ਤੇ ਜਿਹੜੇ ਪਿਆਰੇ ਉਹ ਜਾਗਦੇ ਨੇ ਉਹ ਸੁੱਤੇ ਹੋਏ ਵੀ ਚੇਤਨ ਨੇ। ਜਿਵੇਂ ਗੁਰੂ ਜੀ ਦਾ ਇੱਕ ਬਚਨ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਵਾਦ, ਮਨ ਸੋਇਆ ਮਾਇਆ ਬਿਸਮਾਦ। ਮਹਾਰਾਜ ਕਹਿੰਦੇ ਸਾਰੇ ਸੁੱਤੇ ਪਏ ਨੇ। ਓਏ ਆਪਾਂ ਕਹਾਂਗੇ ਬੰਦਾ ਜਾਗਦਾ, ਬਾਜ਼ਾਰ 'ਚ ਬੈਠਾ ਇਹ ਜਾਗਦਾ ਪਿਆ ਜੀ, ਕਿਉਂ ਜੀ? ਇਹ ਜਾਂ ਅੱਖਾਂ ਖੁੱਲੀਆਂ ਨੇ, ਇਹ ਚੇਤਨ ਹੋ ਕੇ ਬੈਠਾ। पर गुरु ग्रंथ साहिब कहते ने जागदा नहीं, सुता होया जहर खा रहा। क्यों? महाराज कहते ने एक इहदियां अखां सिर्फ पराए रूप का रस लैंदियां पियां। कौन कहता जागदा है? ये जागदे होए दियां अखां सुत्तियां ने। मैं तां कहा जदों गुरु जी जगांदे ने, इहदा मतलब ये नहीं कि रात की नींद तो जगांदे ने। वो रात की नींद तो 8 घंटे की है, 6 घंटे की है, 5 घंटे की कोई सौंदा है। रात की नींद तो छोटी है, ਜਿਹੜਾ ਕਈ ਜਨਮਾਂ ਦਾ ਅੰਦਰ ਸੁੱਤਾ ਪਿਆ ਹੈ ਨਾ। ਸੱਚ ਇਹ ਵੇ ਗੁਰੂ ਜਨਮਾਂ ਦੇ ਸੁੱਤੇ ਹੋਏ ਅੰਦਰ ਨੂੰ ਜਗਾਉਂਦਾ ਪਿਆ। ਉਂਝ ਮੁਸ਼ਕਲ ਇਹ ਵੀ ਜਦੋਂ ਬੰਦਾ ਸੁੱਤੇ ਨੂੰ ਕਿਸੇ ਨੂੰ ਉਠਾਉਂਦਾ ਹੈ, ਬਰਦਾਸ਼ਤ ਨਹੀਂ ਉਹ ਧੁੰਦਾ ਜਗਾਉਣ ਵਾਲਾ, ਉਹਦੇ ਸੰਬੰਧੀ ਵਿਰੋਧ ਕਰਦਾ ਅੰਦਰੋਂ। ਸੱਚ ਇਹ ਵੇ ਇਹ ਦੁਨੀਆ ਸੁੱਤੀ ਪਈ ਹੈ, ਜਦੋਂ ਜਾਗਦਾ ਹੋਇਆ ਕੋਈ ਜਗਾਉਂਦਾ ਹੈ ਤੇ ਸੁੱਤੇ ਹੋਏ ਉਹਦਾ ਵਿਰੋਧ ਕਰਨ ਲੱਗ ਪੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਚਨ ਕਰ ਰਹੇ ਕਿ ਗੁਰੂ ਕਈ ਜਨਮਾਂ ਦੇ ਸੁੱਤੇ ਹੋਏ ਨੂੰ ਜਗਾਉਂਦਾ ਹੈ। ਤੇ ਮੈਂ ਬੇਨਤੀ ਕੀਤੀ ਜੀ, ਜਿਹੜੇ ਅਸੀਂ ਕਹਿੰਦੇ ਅਸੀਂ ਜਾਗਨੇ ਪਏ ਆ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਜਾਗਦਿਆਂ ਦਾ ਸੁਪਨਾ ਲੈ ਰਹੇ। ਜੇ ਤੇਰੀਆਂ ਅੱਖਾਂ ਪਰਾਏ ਤਨ ਦੇ ਵਿੱਚ ਖਚਤ ਨੇ, ਮੈਂ ਕਹਿੰਦਾ ਮਨਾ
सच ए वे तू जागदा नहीं, तेरे अंदर नेस्ती, तू अखां करके सुता है। जे तू 12 घंटे 13 घंटे जाग के देने 8 घंटे केवल निंदिया चुगली नाल कंन भरे नूं मत जान कि तू जागना पिया। चेते रखी तेरे कंन भी सुते होए ने। एक पासे जीव नाल वैगुरू कहना, शब्द पढ़ना ते उसे जीव नाल रज के निंदिया करना, ते महाराज कहने काहदा जाग्या, तेरा अंदर सुता होया। मैं ये नहीं कि आप जी का कोई खंडा बना रहा, मैं बेनती कर रहा गुरु तेग बहादुर सानू जगांदे पे आ भी तू मान कादा करना, सुपने का मान करीदा। हजूर ने फरमाया नैनू नींद पर दृष्ट विकार, सरवण सोए सुन निंद विचार, रसना सोई लोभ मीठा स्वाद, मन सोया माया बिस्माद, इस ग्रह में कोई जागत रहे, साबत वस्तु अपनी लहै। जिहड़ा जाग पैंदा है उन्होंने असलीयत का पता लगता है। हुण एक ये भी सवाल कि जागन का मतलब की है। चलो अज सुपना आ गया, जाग आ गई, नींद आ गई, थोड़ा जिहा मैं इस विषय वाल चल पिया। उंज गुरु जी कहते आ बाणी च, कबीर साहब के बचन ने आ 3-4 कट्ठे, कबीर सुता क्या करें, बैठा रहो अर जाग, जाके संग ते बिचरा, ताही कै संग लाग। क्या की सुता, उठो मना, बड़े जन्म हो गए सुत्तियां, कदी रात तेनू जाग आवे, एकांत विच बैठ के अपने अंदर नू पुछोए तेरी मंजिल की है, तू कित्थे जाना है। महाराज कह रहा कबीर सुता क्या करें, बैठा रहो अर जाग, जाके संग ते बिछड़ा, ताही कै संग लाग। कबीर सुता क्या करें, जाग रोए पै दुख, फिर उत्थे जगा अंदर नू जगा, जाग रोए पै दुख, जाका बासा गोर में सो क्यों सोवे सुख। कबीर सूता क्या करें, उठ के ना जपै मुरार, एक दिन सोवन होए गो लांबे गोड़ बसार। ये सारे महापुरख जगाण वास्ते आए हैं। मैं उस दिन अर्ज की सी, जिन्नी देर तक जगाण वाला अपनी हयाती च रहिंदा है, सुत्तियां सुरतां सुत्ते होए लोग उहदी बेकदरी करदे आ, जदों शरीर तो लामे हो जाता है फिर लभदे फिरदे आ जगाण वाला कित्थे। हाँ उंज जिहदा अंदर जाग पवे। ये भी एक गुरु हर साहिब जी नूं ना जी सिखां ने पुछया सी, महाराज सारी बाणी कहंदी है जागो, जिवें असीं पढ़दे आ जागो जागो सूत्यो चलिया वणजारा। महाराज कहंदे आ जाग रे मन जागन हारे। उन्हां पुछया महाराज ये बाहरमुखी जागन दा ते पता है कि मान लो इंसान जदों उठदा है उन्होंने पता लग जाता है कार विहार का, तो सानू ये किवें पता लागे, अपना आप किवें निरीखण करिए, पड़चोल करिए भी साडा मन जागन लग पिया। क्योंकि सानू पता तो होना चाहिए पैमाना की है जागन का। हुण आपो अपनी जागन की व्याख्या भी अपनी कीती। आ जागरूक बंदे ने, बाकी सारे सुते ने। अपने आप ही है ना, जिन्ने मर्जी मैडल अपने मोढे ते रात नूं फीतियां लाई जाओ, किसी दूजे ते नहीं लाइयां, अपने आप ही लाई जाने, अपने आप मियाँ मिठू। तो महाराज जी सानू दसो जागण की निशानी की है। तो उंज महाराज ने कहा कि बंदे कलयुग आएगा, इत्थे जिहड़े नाम विच जागे होणगे उन्हां दी लोग सुत्तियां विच व्याख्या करनगे, ते जिहड़े माया दी नींद सुत्ते होणगे उन्हां दी जाग्या च व्याख्या करनगे। जागत को सूता कहे, जिहड़ा शब्द वरतिया महाराज ने भी इस सूते को जागत कहे, जागत को सूता। ये बन जाई गल ऐसी, ते होया भी ऐसा सारे समाज अंदर। महाराज ने क्या पुछदे आ गुरु हर राय साहिब जी सानू ये दसो मन जागन दे लक्षण की ने, की पैमाना है। गुरु साहब ने बड़ा सोहना उत्तर दिता, कहन लगे सिखो बस इक्को गल याद रखियो, जिस दिन बाणी पढ़दे आ सिमरन करदे आ, चलो ये भी सवाल सी भी बाणी ते सिमरन वखरे वखरे ने। मैं एक दिन बेनती की सी, भाई नाम नू बाणी तो वख नहीं समझना ते बाणी नू नाम तो वख नहीं समझना। ये दोवें एक दूजे ने रचे मिचे है। जिमें असी एक पाठ करने महाराज का पूरा थाट बनाया, पूरा वेखो एक समाना, इस परपंच में साचे नाम की वडियाई, मत को धरो गुमाना, सतगुर की जिसनू मत आवे सो सतगुर माहे समाना, यह बाणी जो जियो जाने तिस अंतर रवै खरनामा। हसूर ने उत्थे क्या नाम जिहड़ा अखरी नाम असी जापने उन नाम का किन्ने अंत पाया जी।
ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ ਗੁਰੂ ਗੋਬਿੰਦ ਸਿੰਘ ਜੀ। ਤੇਰੇ ਸਾਰੇ ਨਾਮ ਨੂੰ ਕੌਣ ਮੁਕੰਮਲ ਨੂੰ ਬਿਆਨ ਕਰ ਸਕਦਾ ਹੈ? ਕਰਮਾਂ ਨੂੰ ਦੇਖ ਕੇ। ਖੈਰ ਮੈਂ ਬੇਨਤੀ ਕਰਾਂ, ਮਹਾਰਾਜ ਜੀ ਨੂੰ ਪੁੱਛਿਆ ਵੀ ਸਾਨੂੰ ਇਹ ਦੱਸੋ ਕਿ ਬੰਦੇ ਦਾ ਅੰਦਰ ਜਾਗਣ ਲੱਗ ਪਏ, ਇਹਦੇ ਲੱਛਣ ਕੀ ਨੇ? ਤੇ ਮਹਾਰਾਜ ਨੇ ਬੜੀ ਸੋਹਣੀ ਬਾਤ ਇਹ ਕਹੀ, ਕਹਿਣ ਲੱਗੇ ਸਿੱਖੋ ਬਸ ਸਿੱਧੀ ਜੀ ਗੱਲ ਯਾਦ ਰੱਖੋ, ਜਿਸ ਦਿਨ ਬਾਣੀ ਪੜ੍ਹਦਿਆਂ ਹੋਇਆਂ ਰਸ ਆਉਣ ਲੱਗ ਪਏ, ਬਾਕੀ ਫੁਰਨੇ ਵਲੀਨ ਹੋ ਜਾਣ। ਜਿਸ ਦਿਨ ਕੀਰਤਨ ਸੁਣਦਿਆਂ ਕੀਰਤਨ ਕਰਦਿਆਂ ਮਨ ਟਿਕਣ ਲੱਗ ਪਵੇ, ਜਿਸ ਦਿਨ ਕਥਾ ਕਰਦਿਆਂ ਮਨ ਟਿਕਣ ਲੱਗ ਪਵੇ, ਸਿਮਰਨ ਕਰਦਿਆਂ ਮਹਾਰਾਜ ਇਹਦੀ ਲੱਛਣ, ਫਿਰ ਮਹਾਰਾਜ ਕਹਿੰਦੇ ਲੱਛਣ ਇਹ ਨੇ ਕਿ ਜਦੋਂ ਪਾਠ ਕੀਤਿਆਂ ਅੰਦਰੋਂ ਬੱਧਾ ਚੱਟੀ ਵਾਲੀ ਬਿਰਤੀ ਖਤਮ ਹੋ ਜਾਏ, ਚਿੱਤ ਕਰੇ ਮੈਂ ਹੋਰ ਕਰਾਂ, ਮੈਂ ਹੋਰ ਵਧਾਵਾਂ, ਮੈਂ ਹੋਰ ਨੇਮ ਕਰਾਂ। ਤੇ ਮਹਾਰਾਜ ਕਹਿੰਦੇ ਨੇ ਪਿਆਰਿਓ, ਜਦੋਂ ਇਹ ਅਵਸਥਾ ਬਣ ਜਾਏ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਿਸ ਵਕਤ ਪੜ੍ਹਦਿਆਂ ਹੋਇਆਂ ਸ਼ਬਦ ਬਾਣੀ ਕੀਰਤਨ ਕਥਾ ਤੁਰ ਅੰਦਰ ਨੂੰ ਮਿੱਠੀ ਪਿਆਰੀ ਲੱਗਣ ਲੱਗ ਪਏ, ਸਮਝੋ ਉਦੋਂ ਮਨ ਜਾਗਣ ਲੱਗ ਪਿਆ ਹੈ। ਮਹਾਰਾਜ ਜੀ ਨੇ ਕਿਹਾ ਮਨ ਜਾਗੈ ਕਿ ਇਹ ਨਿਸ਼ਾਨੀ ਪ੍ਰੈ ਉਰ ਲਾਗੈ ਸਤਿਗੁਰ ਬਾਣੀ। ਮੈਂ ਆਪ ਨੂੰ ਸਿਰਫ ਇਹ ਬੇਨਤੀ ਕਰ ਰਿਹਾ ਕਿ ਜਿਸ ਪਦਾਰਥਾਂ ਦਾ ਹੰਕਾਰ ਕਰਨੇ ਪਏ ਆ, ਇਹ ਨਾਸ਼ਵੰਤ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਸੀ ਇਹ ਲਿਆ ਹੈ, ਮਨ ਰੇ ਕਹਾਂ ਪੈ ਹੋਤਾ ਹੈ ਬੋਰਾ। ਇੱਕ ਮਹਾਰਾਜ ਦਾ ਬਚਨ ਹੈ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜੋ ਜਾਨ ਜਾਗ ਸੁਪਨੇ ਚੋ। ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਹਾਂ ਗਾਫਿਲ ਸੋਇਆ, ਕਿਸ ਗਾਫਲਤਾਈ ਦੀ ਨੀਂਦ ਸੌ ਗਏ। ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ, ਸੋ ਭੀ ਸੰਗ ਨਾ ਹੋਇਆ, ਝੂਠੈ ਮਾਨ ਕਹਾਂ ਕਰੈ। ਜਿਸ ਤਨ ਨੂੰ ਤੂੰ ਆਪਣਾ ਸਮਝਿਆ, ਹਾਲਾਂ ਕੱਲ ਨੂੰ ਗੁਰਦੇਵ ਦਾ ਬਚਨ ਆਉਣਾ, ਗਰਭ ਕਰਤ ਹੈ ਦੇਹ ਕੋ। ਤੇ ਮੈਂ ਬੇਨਤੀ ਕਰਦਿਆਂ ਭਾਵੇਂ ਸੁਬਾ ਮੰਜੀ ਸਾਹਿਬ ਸਤਿਗੁਰੂ ਕਿਰਪਾ ਕਰਨ ਹਾਜ਼ਰੀ ਭਰਨੀ ਹੈ, ਪਰ ਰਾਤ ਦੀ ਜਿਹੜੀ ਕਥਾ ਹੈ ਉਹ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜਿਹੜੇ ਨੇ ਉਹ ਚੱਲਦੇ ਰਹਿਣਗੇ। ਅਸੀਂ ਇਸ ਨੇਮ ਨੂੰ ਬੰਦ ਨਹੀਂ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਾਗ ਲਿਖੋ ਰੇ ਮਨਾ ਜਾਗ ਲਿਓ, ਕਾਂ ਗਾਫਲ ਸੋਇਆ, ਜਦ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਕਹਿੰਦਾ ਸੀ ਨਾ ਮੇਰਾ ਹੈ, ਇਹਦਾ ਨਾਂ ਪਿੰਦਰਪਾਲ ਸਿੰਘ, ਇਹਦਾ ਨਾਂ ਆਏ, ਇਹ ਆਪ ਦੁਨੀਆ ਨੇ ਨਾਂ ਦਿੱਤੇ ਨੇ ਨਾ, ਇਸ ਵਜੂਦ ਨੇ ਨਹੀਂ ਰਹਿਣਾ, ਪਹਿਲਾਂ ਵੀ ਨਹੀਂ ਰਹੇ। ਹਜ਼ੂਰ ਕਹਿੰਦੇ ਨੇ ਜਾਗ ਇਹ ਨਾਸ਼ਵੰਤ ਹੈ, ਜੋ ਤਨ ਉਪਜਿਆ ਸੰਗੀ, ਜਿਹੜਾ ਜਨਮ ਵੇਲੇ ਮਾਂ ਦੀ ਕੁੱਖ ਚੋਂ ਆਇਆ, ਬਸ ਯਾਦ ਰੱਖੀਏ ਨੇ ਸਾਰੀ ਜ਼ਿੰਦਗੀ ਭਰਮਾਈ ਰੱਖਿਆ, ਇਹਨੇ ਮਰਨ ਲੱਗਿਆ ਨਾਲ ਨਹੀਂ ਜਾਣਾ। ਫਿਰ ਸ਼ਬਦ ਧਿਆਨ ਨਾਲ ਪੜ੍ਹਦੇ ਤੇ ਸੀ ਇਹ ਸ਼ਬਦ ਅਕਸਰ ਸੁਣਨੇ ਆ, ਪਰ ਜੇ ਇੱਕ ਬਰੀਕੀ ਨਾਲ ਦੇਖੀ, ਜੋ ਤਨ ਉਪਜਿਆ ਸੰਗ ਹੀ, ਜਿਹੜਾ ਜੀਵ ਆਤਮਾ ਨਾਲ ਕਿਹਦੇ ਸੰਗ, ਇਸ ਆਤਮਾ ਸੰਗ, ਜਿਹੜਾ ਜੋਤ ਦੇ ਸੰਗ ਸਰੀਰ ਆਇਆ, ਜਿੱਦਨ ਵਿੱਚੋਂ ਜੋਤ ਹੰਸ ਆਤਮਾ ਨੇ ਨਿਕਲਨੇ ਪਿਆਰਿਓ, ਉਦਨ ਇਹ ਸਰੀਰ ਸੰਗ ਨਹੀਂ ਜਾਣਾ, ਪਰ ਸਾਰੀ ਜ਼ਿੰਦਗੀ ਤੇ ਮਾਣ ਇਹਦੇ ਤੇ ਕੀਤਾ। ਉਂਝ ਇਨਸਾਨ ਕਹਿੰਦਾ ਤੇ ਹੈ ਨਾ ਬਈ ਇਹ ਮੈਨੂੰ ਫਲਾਣੇ ਬੰਦੇ ਧੋਖਾ ਦੇ ਦਿੱਤਾ, ਮੈਨੂੰ ਫਲਾਣੇ ਬੰਦੇ ਧੋਖਾ ਦਿੱਤਾ। ਨਹੀਂ, ਸੱਚੀ ਗੱਲ ਜੇ ਪਿਆਰਿਓ, ਆਪਣੇ ਮਨ ਤੇ ਆਪਣੇ ਤਨ ਤੋਂ ਵੱਡਾ ਧੋਖੇਬਾਜ਼ ਕਿਹੜਾ ਹੈ? ਇਹ ਰੋਜ਼ ਦਿੰਦਾ ਤੇ ਇਹਨੇ ਵੀ ਦੇਣਾ ਹੈ। ਹਜ਼ੂਰ ਨੇ ਫਰਮਾਇਆ, ਜੋ ਤਨ ਉਪਜਿਆ ਸੰਗੀ ਸੋ ਭੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂਸੋ ਕੀਨਾ, ਜਿਉ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਝੂਠੈ ਮਾਨ ਕਹਾਂ ਕਰੇ। ਜੇ ਮਿੱਤਰ ਸਨ, ਪੁੱਤਰ ਸਨ, ਭੈਣ ਭਰਾ ਸਨ, ਮਾਤ ਪਿਤਾ ਸੁਤ ਜਨ ਜਿੰਨੇ ਵੀ ਸਨ, ਬੰਧਵ ਸਨ, ਜਿਨ੍ਹਾਂ ਨੂੰ ਮੁਹੱਬਤ ਕੀਤੀ, ਜਿਉ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਝੂਠੈ ਮਾਨ ਕਾਂ ਕਰੈ ਜਗ ਸੁਪਨੇ ਜੋ ਜਾਨ। ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਇਹ ਸੁਪਨੇ ਦੀ ਤਰ੍ਹਾਂ ਹੈ ਹੁਣ ਹਕੀਕਤ ਲੱਗ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚ ਕਹੇ, ਤੇ ਮੈਂ ਫਿਰ ਰਿਪੀਟ ਕਰ ਦਿਆਂ, ਮੇਰਾ ਯਤਨ ਹੈ ਕਿ ਜਿੰਨੀ ਕੁ ਸੇਵਾ ਮੈਂ ਗੁਰਬਾਣੀ ਵਿੱਚੋਂ ਕਰ ਸਕਾਂ ਇਹ ਕਰਾਂ। ਮੈਂ ਕਲਾਕਾਰੀ ਨਹੀਂ ਕਰ ਰਿਹਾ ਜੋ ਲੋਕਾਂ ਦਾ ਭੁਲੇਖਾ ਹੈ। ਮੈਂ ਸੁਹਿਰਦ ਹੋ ਕੇ ਗੁਰੂ ਦੀ ਹਜ਼ੂਰੀ 'ਚ ਗੱਲ ਕਹਿ ਰਿਹਾ।
ਯਤਨ ਹੁੰਦਾ ਵੀ ਇਹ ਮੌਕਾ ਮਿਲਿਆ ਸੰਗਤ ਦਾ, ਕੋਈ ਸਵਾਰਥ ਨਹੀਂ ਇਹਦੇ ਸਾਹਮਣੇ। ਜਿੰਨਿਆਂ ਲੋਕਾਂ ਨੂੰ ਮੈਨੂੰ ਜਾਣਨਾ ਸੀ ਉਹ ਸਾਰੇ ਲੋਕ ਜਾਣ ਚੁੱਕੇ ਆ ਵੀ ਫਲਾਣੇ ਨਾਂ ਦਾ ਬੰਦਾ ਇਸ ਧਰਤੀ ਤੇ ਹੈ, ਤੇ ਵਾਰ-ਵਾਰ ਬੰਦੇ ਨੇ ਜਨਾਣਾ ਵੀ ਨਹੀਂ ਮੈਂ ਹਾਂ। ਸਿਰਫ ਇੱਕ ਭਾਵਨਾ ਵੀ ਸਤਿਗੁਰੂ ਮੇਰੇ ਵਾਸਤੇ ਧਰਮ ਵੀ ਕਥਾ ਹੈ, ਮੇਰੇ ਵਾਸਤੇ ਸੇਵਾ ਵੀ ਕਥਾ ਹੈ, ਮੇਰੇ ਲਈ ਸ਼ੁਭ ਕਰਮ ਵੀ ਕਥਾ ਹੈ, ਤੇ ਇਹ 'ਚ ਇਮਾਨਦਾਰੀ ਵਰਤਣੀ। ਹਜ਼ੂਰ ਦਾ ਇੱਕ ਬਚਨ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਸ ਵਿਆਖਿਆ ਲਈ ਭਾਈ ਗੁਰਦਾਸ ਸਾਹਿਬ ਦਾ, ਉਹ ਅਕਸਰ ਤੁਹਾਨੂੰ ਸਭ ਨੂੰ ਚੇਤੇ ਹੋਣਾ। ਮੈਂ ਤਾਂ ਬੇਨਤੀ ਕਰਨ ਲੱਗਾ, ਉਹਦਾ ਸੰਬੰਧ ਉਸ ਚੀਜ਼ ਨਾਲ ਨਹੀਂ ਜਿਹਦੇ ਅਸੀਂ ਅਰਥ ਕਰ ਰਹੇ ਹਾਂ। ਜਿਵੇਂ ਉਹ ਪੌੜੀ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਥੋੜ੍ਹ ਚਿਰੀਏ ਇਹਦਾ ਮਾਣ ਕਾਹਦਾ ਜੀ? ਹੁਣ ਦੀਵਾਲੀ ਦੀ ਰਾਤ ਨੂੰ ਅਸੀਂ ਦੇਖਦੇ ਹਾਂ ਲੋਕ ਦੀਵੇ ਬਾਲਦੇ ਆ, ਹਾਲਾਂਕਿ ਗੁਰੂ ਸਾਹਿਬ ਦੇ ਹੁਕਮਨਾਮੇ ਜਦੋਂ ਪੜ੍ਹਦੇ ਅੱਜ ਕੱਲ੍ਹ ਬੜੀ ਕੰਟਰੋਵਰਸੀ ਕਰਦੇ ਆ ਦੀਵਾਲੀ ਵਾਲੇ ਦਿਨ, ਜੀ ਇਹ ਫਲਾਣਿਆਂ ਦੇ ਪੁਜਾਰੀ ਹੋ ਗਏ, ਫਲਾਣਿਆਂ ਦੇ ਹੋ ਗਏ। ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਸਟੱਡੀ ਕਰਨਾ ਸਾਡੇ ਵੱਸ ਦਾ ਰੋਗ ਨਹੀਂ ਰਿਹਾ, ਬਹੁਤ ਘੱਟ ਨੇ, ਤੇ ਲੋਕਾਂ ਦੀ ਸਾਈਕੀ ਇਹੋ ਜਿਹੀ ਬਣਾ ਦਿੱਤੀ ਹੈ। ਅੱਧੇ ਲੋਕ ਤਾਂ ਉਹ ਨੇ ਜਿਨ੍ਹਾਂ ਨੂੰ ਗੁਰਬਾਣੀ ਵਿੱਚੋਂ ਸ਼ਬਦ ਕਥਾ ਕਰੀਏ ਉਹਨਾਂ ਨੂੰ ਸਮਝ ਹੀ ਕੋਈ ਨਹੀਂ ਵੀ ਗੁਰਬਾਣੀ ਹੈ ਕੀ। ਤੇ ਜਦੋਂ ਕਿਸੇ ਨੂੰ ਨਾ ਸਮਝੀ ਹੋਵੇ, ਤੁਸੀਂ 1000 ਲੱਖ ਰੁਪਈਏ ਦੀ ਗੱਲ ਕਰੋ ਉਹਦੇ ਲਈ ਕੌਡੀ ਦੀ ਹੁੰਦੀ ਹੈ, ਕਿਉਂਕਿ ਸਮਝ ਨਹੀਂ ਨਾ। ਦੀਵਾਲੀ ਦੀ ਰਾਤ ਨੂੰ ਹਾਲਾਂ ਹੁਕਮਨਾਮਿਆਂ 'ਚ ਦੀਪਾਵਲੀ ਨੂੰ ਦਰਸ਼ਨਾਂ ਵਾਸਤੇ ਆਉਣਾ ਹੁਕਮਨਾਮੇ ਮਿਲਦੇ ਆ ਮਹਾਰਾਜ ਜੀ ਦੇ ਜੀ। ਖੈਰ, ਪਰ ਮੈਂ ਇੱਥੇ ਇੱਕ ਪੱਖ ਲੈਣ ਲੱਗਾ। ਦੀਵਾਲੀ ਦੀ ਰਾਤ ਨੂੰ ਲੋਕ ਬਨੇਰਿਆਂ ਤੇ ਦੀਵੇ ਬਾਲਦੇ ਆ, ਮੱਸਿਆ ਦੀ ਰਾਤ ਹੁੰਦੀ ਹੈ ਤਕਰੀਬਨ, ਤੇ ਉਹ ਮੱਸਿਆ ਦੀ ਰਾਤ ਦੀਵੇ ਭਾਈ ਸਾਹਿਬ ਕਹਿੰਦੇ ਨੇ ਕਿੰਨੇ ਸੋਹਣੇ ਬਾਲਦੇ ਆ, ਪਰ ਇਹਦੇ ਅਰਥ ਦੀਵਾਲੀ ਦੀ ਦੀਪਮਾਲਾ ਨਾਲ ਨਹੀਂ। ਇਹਦੇ ਅਰਥ ਮੈਂ ਇਉਂ ਕਰਾਂਗਾ, ਥੋੜ ਚਿਰੇ ਚਾਨਣ ਨਾਲ ਹੈ, ਜਿੰਨੇ ਹੁਣੇ ਮਿਟ ਜਾਣਾ ਹੈ। ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਆ, ਜਗਮਗਾਹਟ ਹਰ ਪਾਸੇ ਜਗਮਗ ਹੈ, ਪਰ ਭਾਈ ਸਾਹਿਬ ਕਹਿੰਦੇ ਥੋੜੇ ਚਿਰ ਬਾਅਦ ਝਾਤੀ ਮਾਰ। ਯਾਦ ਰੱਖਿਓ ਤੇ ਹੁਣ ਇਹ ਨਾ ਕੋਈ ਅਰਥ ਕਰਨ ਲੱਗ ਪਿਆ, ਕਿਉਂਕਿ ਪਤਾ ਨਹੀਂ ਨਾ ਜੀ, ਇਹ ਕਹਿਣ ਲੱਗ ਪਏ ਨਹੀਂ ਜੀ ਅੱਜ ਕੱਲ੍ਹ ਤੇ ਅਸੀਂ ਬਿਜਲੀ ਵਾਲੀਆਂ ਲਾਟੀਆਂ ਲਾ ਲੈਨੇ ਆ ਤੇ ਹੁਣ ਢੁਕਣਾ ਹੀ ਕੋਈ ਨਹੀਂ ਜੀ, ਇਹ ਤਾਂ ਹੁਣ ਸਾਇੰਸ ਨੇ ਤਰੱਕੀ ਕਰ ਲਈ ਜੀ। ਇਹ ਹੋ ਸਕਦਾ ਵੀ ਅੱਜ ਕੱਲ੍ਹ ਤੇ ਅਸੀਂ ਜੀ ਬਿਜਲੀ ਵਾਲੀਆਂ ਸਾਰੀ ਲਾਈਟਿੰਗ ਕਰਾ ਲੈਨੇ ਆ। ਮੈਂ ਤੁਹਾਨੂੰ ਦੀਵੇ ਦੀ ਗੱਲ ਕਰਨਾ ਪਿਆ, ਟਿਊਬਾਂ ਦੀ ਗੱਲ ਨਹੀਂ ਕਰ ਰਿਹਾ। ਜਿਸ ਢੰਗ ਨਾਲ ਪ੍ਰਮਾਣ ਦਿੱਤਾ ਭਾਈ ਸਾਹਿਬ ਨੇ, ਜਿਸ ਸੰਬੰਧ ਵਿੱਚ ਉਦਾਹਰਨ ਦਿੱਤੀ, ਆਪਾਂ ਨੂੰ ਉਹੀ ਸੋਚਣਾ ਚਾਹੀਦਾ। ਦੀਵਾ ਬਾਲ ਦਿੱਤਾ ਤੇ ਜਦੋਂ ਥੋੜ੍ਹੇ ਚਿਰਾਂ ਬਾਅਦ ਵੇਖਿਆ ਦੀਵੇ ਬੁੱਝ ਗਏ। ਪ੍ਰਭਾਤ ਵੇਲੇ ਤਾਰੇ ਜਿਹੜੇ ਨੇ ਟਿਮਟਮਾਉਂਦੇ ਨੇ, ਭਾਈ ਜੀ ਕਹਿੰਦੇ ਆ ਭਾਈ ਸਾਹਿਬ, ਪ੍ਰਭਾਤ ਦੇ ਤਾਰੇ ਇੰਜ ਲੱਗਦਾ ਜਿਵੇਂ ਇਸ਼ਨਾਨ ਕੀਤਾ ਅੰਬਰ ਹੈ, ਪਰ ਦੇਖਦਿਆਂ ਅਲੋਪ ਹੋ ਜਾਂਦੇ ਆ। ਫੁੱਲ ਖਿੜੇ ਹੋਏ ਨੇ, ਮਹਿਕ ਦੀਆਂ ਵਿੱਚੋਂ ਸੁਗੰਧੀ ਦੀਆਂ ਲਪਟਾਂ ਨਿਕਲਦੀਆਂ ਨੇ, ਪਰ ਇਹ ਖਿੜੇ ਹੋਏ ਫੁੱਲ ਥੋੜ ਚਿਰੇ ਨੇ। ਲੋਕ ਮੇਲਿਆਂ ਤੇ, ਜੋੜ ਮੇਲਿਆਂ ਤੇ ਇਕੱਠੇ ਹੁੰਦੇ ਆ, ਯਾਤਰੀ ਜਾਂਦੇ ਨੇ, ਤੀਰਥਾਂ ਤੇ ਜਾਂਦੇ ਨੇ, ਪਰ ਜੋੜ ਮੇਲਿਆਂ ਤੇ ਸਦਾ ਥੋੜ੍ਹਾ ਇਕੱਠ ਰਹਿੰਦਾ, ਤੀਰਥਾਂ ਤੇ ਸਦਾ ਇਕੱਠ ਨਹੀਂ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਿਵੇਂ ਦੀਵਾਲੀ ਦੀ ਰਾਤ ਦੇ ਦੀਵੇ ਥੋੜ ਚਿਰੇ ਨੇ, ਜਿਵੇਂ ਪ੍ਰਭਾਤ ਦੇ ਅੰਮ੍ਰਿਤ ਵੇਲੇ ਤੋਂ ਬਾਅਦ ਪ੍ਰਭਾਤ ਦੇ ਤਾਰੇ ਟਿਮਟਮਾਉਂਦੇ ਥੋੜ੍ਹੇ ਚਿਰ ਲਈ ਨੇ, ਅਲੋਪ ਹੋਣ ਵਾਲੇ ਵੇ ਨੇ। ਫੁੱਲ ਖਿੜੇ ਹੋਏ ਜਿਹੜੇ ਨੇ ਥੋੜ੍ਹੇ ਚਿਰ ਲਈ ਨੇ, ਤੀਰਥ ਤੇ ਗਏ ਹੋਏ ਯਾਤਰੀਆਂ ਦਾ ਮਿਲਾਪ ਥੋੜ੍ਹੇ ਚਿਰ ਲਈ ਹੈ। ਜਿਵੇਂ ਹਰ ਚੰਦੌਰੀ ਭੁਲੇਖਾ ਪਾਉਂਦੀ ਹੈ, ਇਸੇ ਤਰ੍ਹਾਂ ਪਿਆਰਿਆ ਚੇਤੇ ਰੱਖੀ, ਸੰਸਾਰ ਦੀ ਸਾਰੀ ਖੇਡ ਇਹਨਾਂ 4-5 ਉਦਾਹਰਨਾਂ ਮੁਤਾਬਕ ਇਹ ਥੋੜ ਚਿਰੀ ਹੈ, ਪਰ ਗੁਰਮੁਖ ਜਨ ਜਿਹੜੇ ਨੇ ਉਹ ਸ਼ਬਦ ਨੂੰ ਤੇ ਪ੍ਰੇਮ ਰਸ ਨੂੰ ਪੀਂਦੇ ਆ। ਭਾਈ ਸਾਹਿਬ ਨੇ ਲਿਖਿਆ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਖਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ। ਅੱਗੇ ਕਹਿੰਦੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਹ ਤੱਤ ਭਾਵ ਇਹਦੇ 'ਚ ਹੈ, ਕਿਉਂਕਿ ਜਦੋਂ ਭਾਈ ਸਾਹਿਬ ਦੀ ਕੋਈ ਰਚਨਾ ਅਸੀਂ ਪੜ੍ਹੀਏ ਭਾਈ ਗੁਰਦਾਸ ਸਾਹਿਬ ਜੀ ਦੀ, ਤੇ ਮੈਂ ਬੇਨਤੀ ਕਰਾਂਗਾ ਕਿ ਜਿਸ ਨੇ ਸਿੱਖੀ ਦੀ ਆਰੰਭਕ ਮਰਿਆਦਾ ਨੂੰ ਸਮਝਣਾ ਹੈ, ਜਿਨਨੇ ਸਿੱਖੀ ਲਈ ਜਾਂ ਗੁਰੂ ਨੂੰ ਮੁਹੱਬਤ ਕਰਨੀ ਹੈ, ਉਹ ਭਾਈ ਸਾਹਿਬ ਗੁਰਦਾਸ ਸਾਹਿਬ ਨੂੰ ਜ਼ਰੂਰ ਪੜ੍ਹੇ।
चलो फारसी विच साडी पकड़ नहीं जिवें कहीए, पर भाई नंद लाल साहब नूं पढ़ के देखियो उहदे अंदरों मुहब्बत दा जिवें कड़ पाटदा है, जिवें कड़ पाट के पानी बाहर निकलदा, इस तरह है। ये तां ही तां दो गुरसिखां दी बाणी कीर्तन दे विच हरमंदर साहिब गाई जाती है। भाई साहब कहते गुरमुख सुख पल दात शब्द संभालियन। गुरमुख जिहड़े ने वो इस थोड़ चिड़े संसार की असलीयत नूं समझ जाते हैं। ये दिवाली दे दीवे ने, ये खिड़े कोई फुੱਲ ने, ये प्रभात दे तारे ने, ये यात्रियों का इकट्ठ सदा नहीं। कहते सदीव रहन वाला जे है तो केवल अकाल पुरख वाहिगुरू है। मैं बेनती करा आरंभ चाहे झूठा मान कहाँ करे, ये झूठे पदार्थों का काहदा हंकार करना मना। जग सुपने ज्यों जान, इस जगत की असलीयत ये वे कि जिवें सुपने विच सब कुछ खत्म है, इस तरह ये दृष्टमान विच सब कुछ खत्म है। ये अपना इहदे अगे महाराज कहंदे आ, इनमें कछ तेरो नहीं। अद्धी तुक दे अर्थ हो गए जी सुपना, इहदे विचों कुछ भी तेरा नहीं। याद रखियो इत्थे लफ्ज़ जिहड़ा वरतिया इनमें कछ तेरो नहीं। इन्नी रती जिन्नी गुंजाइश नहीं रहन दित्ती आ चीज़ तेरी। कछ तेरो नहीं, इस विचों कछ कुछ भी तेरा नहीं। महाराज मेरे माँ बाप, मेरे भैन भरा, मेरे सज्जन मित्र, मेरी पदवी, मेरी पार्टी, मेरा पैसा, महाराज कहते बस ये मैं तेनों ये समझाना पिया, कछ भी तेरा नहीं, कुछ भी नहीं तेरा। इनमें कछ तेरो नहीं। महाराज एडा वड्डा कोड़मा। तो उस दिन मैं गुरु गोबिंद सिंह महाराज जी का एक बचन सवैया अपना साझा किया सी। उस विच सतगुरां ने इनमें कछ तेरो नहीं सारियां दी गिनती कर दी सी। हजूर गुरु गोबिंद सिंह महाराज जी का बचन है, तो तन त्यागत ही सुन रे जड़, प्रेत बखान तिरिया भज जय है। हजूर का सवैया है। तेरे तन दे छड्डन की खबर सुन के इस्त्री ने, प्रेत का अर्थ इत्थे कहांगे मरिया होया। हजूर कहते तेरे शरीर दे इनमें कछ तेरो नहीं। मैं अगली तुख ते आ गया। इस्त्री नूं पता लगा भी शरीर छड्ड गया, उन्हें मान लिया भी मर गया है। सुनो बिनती, तो तन त्यागत ही सुन रे जड़, प्रेत बखान तिरे भज जय है। पुत्र कलत्तर सौमित्र सखा, इनमें कछ तेरो नहीं। पुत्र भी आ गए, स्त्री आई, रिश्तेदार आ गए, मित्र सज्जन आ गए। तो महाराज कहते पुत्र कलत्तर सौमित्र सखा, ये बेग नकार है आयश देख हैं। इन्हां सारिया ने मता पका दिता, उन्हें छेती कढो, इनमें कछ तेरो नहीं। तो महाराज चलो ये तो धोखेबाज निकले, इन्हां ते छड्ड दिता मैनू, पर जिहड़ी मैं अपने शरीर नाल कमाई की, जिहड़ा मैं तन नाल पैसा कमाया, इन्नी जमीन इन्ना कुछ बनाया। गुरु जी कहते सुन भौन, ये गुरु गोबिंद सिंह जी के बचन ने, भौन भंडार धरा गढ़ जे तक, इनमें कछ तेरो नहीं। आ भौन असलीयत समझिए किन्ना कुछ। कबीर साहब ने तो एक दिन कहा, मैं अपनी भी गल करांगा मना, असली थां तां बंदा अपनी कद मुताबक 3.5 हथ घेरदा है। वादी छाल मारेगा तो 4.25 हो जाएगी, इदू वड्डी थां तू किन्नी घेर लैनी। महाराज दा बचन है ना, कबीर गर्भ ना कीजिए ऊंचा देख आवास, आज काल भोए लेटना ऊपर जामे काश। कबीर कोठे मंडप हेत कर काहे मरो सवार, इनमें कछ तेरो नहीं। कारज 3.5 हाथ घनी तां 4.25। जदों बंदा पैंदा है अपने कद मुताबक, हुण ये नहीं कि बच्चे दे 3.5 हथ अपनी माँ अपने हत्थां नाल मापन ला पै, बंदे दे अपने हथ मुताबक। कबीर साहब कह रहे आ भी लंबाई विच 3.5 हथ का कद बनता है, तो कहते वध घट होवेगा तो 4.25 हो जाएगा। बस मना इन्नी कु थां है तेरी लेटन दी। कारज 3.5 हथ घनी तां 4.25। गुरु जी कहते आ कि तो तन त्यागत ही सुन रे जड़, फिर तुक तो दूर नहीं जाना, इनमें कछ तेरो नहीं। तो तन त्यागत ही सुन रे जड़, प्रेत बखान तिरे है भज जय है। भौन भंडार पुत्र कलत्तर सुमित्र सखा, ए बेग नकारो आयस दय है। भौन भंडार धरा गढ़ जे तक,
ਛਾੜਤ ਪ੍ਰਾਨ ਬੇਗਾਨ ਕਹੇ ਹੈ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਚੇਤ ਰੇ ਚੇਤ ਅਚੇਤ ਮਹਾਪਸ਼। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਪਸ਼ੂਆ ਅਚੇਤ ਅਵਸਥਾ ਵਿੱਚ ਵਿਚਰਮਾ ਲਿਆ, ਤੂੰ ਜਾਗਦਾ ਨਹੀਂ। ਚੇਤ ਰੇ ਚੇਤ ਅਤੇ ਅਚੇਤ ਮਹਾਪਸ਼। ਉਹ ਮਹਾਪਸ਼ੂਆ अंत की बार अकेलो ही जाए हैं, इनमें कछ तेरो नहीं। इसे ਨੂੰ गुरु नानक साहिब जी ने कृपा की। जन पिसर पदर बिरादरा कस नेस दस्तंगीर, इनमें कछ तेरो नहीं। गुरु तेग बहादुर साहब समझाते ने काहदा मान कर रहे हैं। गुरु नानक साहब कहते जन पिसर पदर बिरादरा, इस्त्री जन घर वाली इस्त्री, पिसर पुत्र शब्द उत्थे गुरबाणी च पदर लिखिया है, आपां ਉਹੀ ਪੜ੍ਹਨਾ। ਉਂਝ ਫਾਰਸੀ ਵਾਲੇ ਪਿਦਰ ਸ਼ਬਦ ਕਹਿੰਦੇ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਬੇਅਫਤਮ ਕਸ ਨਾ ਦਰਦ ਚੂੰ ਸ਼ਵਾ ਤਕਬੀਰ। ਕਹਿੰਦੇ ਜਦੋਂ ਮੈਂ ਡਿੱਗਿਆ ਇਸ ਵਿੱਚੋਂ ਕੋਈ ਵੀ ਮੇਰੀ ਬਾਂਹ ਪਕੜਨ ਵਾਲਾ ਨਹੀਂ। ਚਲੋ ਇੱਕ ਪੱਖ ਤਾਂ ਇਹ ਹੋ ਗਿਆ। ਮਨ 'ਚ ਆਵੇਗਾ ਵੀ ਅੱਜ ਤੇ ਡਰਾਈ ਜਾਂਦੇ ਨੇ, ਇਹ ਡਰਾਣਾ ਨਹੀਂ, ਇਹ ਹਕੀਕਤ ਹੈ। ਜੇ ਨਾ ਵੀ ਕਹਾਂਗੇ ਅੱਖਾਂ ਮੀਟਿਆਂ, ਜੇ ਸਾਹਮਣੇ ਬਿੱਲੀ ਆਉਂਦੀ ਪਈ ਏ ਤੇ ਕਬੂਤਰ ਦੇ ਅੱਖਾਂ ਬੰਦ ਕਰਨ ਦੇ ਨਾਲ ਬਿੱਲੀ ਪਰਾਂ ਚਲੀ ਜਾਊਗੀ। ਜੇ ਮੰਨ ਲਓ ਆਪਾਂ ਨਹੀਂ ਵੀ ਕਰਾਂਗੇ, ਘੁਮਾ ਫਿਰਾ ਕੇ ਕਥਾ ਦੂਜੇ ਪਾਸੇ ਲੈ ਜਾਵਾਂਗੇ ਤਾਂ ਫਿਰ ਵੀ ਵਾਪਰਨਾ। ਮੈਂ ਕਿਹਾ ਇਕੱਲੀ ਕਲਪਨਾ ਨਹੀਂ, ਇਸ ਕਲਪਨਾ ਨੇ ਹਕੀਕਤ ਬਣਨਾ। ਪਰ ਮਹਾਰਾਜ ਸਾਨੂੰ ਇਹ ਤਾਂ ਦੱਸੋ ਫਿਰ ਕੀ ਹੈ। ਅੱਜ ਮੇਰੇ ਮਨ 'ਚ ਵੀ ਇੱਕ ਪਾਸੇ ਝੂਠਾ ਮਾਨ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਾਨ ਹੋਰ ਵੀ ਕਿਆ ਹੈ। तू मेरा बहुमान करते, तू मेरा बहुमान, वो भी मान है, पर वो झूठा मान नहीं, वो मालिक दा मान है, वो परमात्मा दा मान है। महाराज कहते कि करते पुरख तू मेरा मान है। याद रखियो, एक पासे झूठा मान माया का मान, ते सच्चा मान अकाल पुरख दा मान। जे झूठा है तो सच भी है। तू मेरा बहुमान करते, तू मेरा बहुमान, जोर तुम्हारा सुख वच्छा सच शब्द निशान। वाह वाह, जोर तुम्हारा सुख वसा। वैगुरु दुनिया का मान करने ते पछतावा है, दुख है, पर वैगुरु तेरे ते मान करने, क्योंकि इनमें कछ तेरो नहीं, इस विचों कुछ भी मेरा ते तेरा नहीं। पर तेरे बारे नहीं कहा जा सकता कि तू मेरा नहीं। हजूर कहते ने जोर तुम्हारा सुख वसा, तेरे जोर नाल, तेरी ताकत नाल मैं आत्मक सुख वासना। अगला बचन सच शब्द निशान, सच शब्द सिमरन। निशानदार ते राहदारी, परवानगी, परवाना। महाराज कहते हैं कि बाकी हर चीज़ कुछ भी अपना नहीं, तेरा एक नाम है सिमरन ऐसा है परमात्मा, मैनू तेरे ते माण, तेरा शब्द परवाना बन के मेरे नाल अगे तक जाएगा, ये मेरी राहदारी बनेगा, ये मेरा निशान है, सच शब्द निशान। इसे करके गुरु जी ने बाणी विच कहा घर बाहर तेरा परवासा, तू जन कह है संग। ये भी तो एक मान है ना। कर कृपा प्रीतम प्रभ अपने नाम जपूआ रंग, जन को प्रभ अपने का तान। इत्थे तान क्या? तेरा मान ते तेरा ही तान। जन को प्रभ अपने का तान, जो तू करें करावें स्वामी सो मसलत परवान। महाराज ने कहा किसी कोई कोई, यह है सच्चा मान। इत्थे कोई किसे दा, कोई किसे दा, मेरा केवल तू है। किसी कोई कोई मन निमाणी एक तू, क्यों ना मरीजै रोए जा लग चेतना आवी। वेखो एक मान है कि परमात्मा मेरा है, वाहिगुरु मेरा है, सतगुरु मेरा है, बाकी कुछ भी तेरा नहीं। जे तेरा है तो इबादत तेरी है, तो परमात्मा तेरा है। इत्थे एक उदाहरण दास दे के कि एक पासे माया दा मान है, एक पासे मालिक दा मान है, सच्चे मालिक दा। गुरमुख प्यारियां ने गल लिखी कि कई बारी दास ने सुनाई, औरत तुरी जाती है जिद कोल पैसे की कमी कोई नहीं, दौलत की कोई कमी नहीं, सिर्फ इस गल नूं समझाउण लई अपने मन नूं भी माया दा मान झूठा है, वाहिगुरू दा मान ही सब तो अच्छा है। तुरी जा रही औरत, वाहिगुरू, औरत मकान की छत उत्ते घूम रही है, गली चों फकीर लंघिया। उस औरत ने जदों बंदे कोल पैसा हुंदा है, दौलत हुंदी है, ताकत हुंदी है, मैं पिछले दिन कहा इन्ना नशे च हुंदा है,
ਉਹਨੂੰ ਸੱਚੀ ਮੁੱਚੀ ਬੰਦਾ ਨਹੀਂ ਨਜ਼ਰ ਆਉਂਦਾ। ਉਹ ਪਾਨ ਚਬਾਂਦੀ ਨੇ ਥੁੱਕ ਦਿੱਤਾ ਕਿਤੇ, ਚਲੋ ਲਫ਼ਜ਼ ਮਾੜਾ ਨਾ ਸਮਝਿਓ, ਉਹਦੇ ਸਿਰ ਤੇ ਜਾ ਪਿਆ। ਫਕੀਰ ਨੇ ਸਿਰਫ ਅੱਖਾਂ ਭਰ ਕੇ ਉੱਤੇ ਦੇਖਿਆ ਵੀ ਇਹ ਕੀ ਮੇਰੇ ਸਿਰ 'ਚ ਡਿੱਗ ਪਿਆ। ਉਸ ਔਰਤ ਤੋਂ ਇੰਨਾ ਵੀ ਬਰਦਾਸ਼ਤ ਨਹੀਂ ਹੋਇਆ। ਉਹਨੇ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਕਿਹਾ, ਆਪਣੇ ਘਰ ਵਾਲੇ ਨੂੰ, ਕਹਿੰਦੀ ਆ ਮੰਗਤੇ ਦੀ ਕੀ ਤਾਕਤ ਤੇ ਮੇਰੇ ਵੱਲ ਅੱਖ ਝਾਕ ਜਾ, ਅੱਖ ਭਰ ਕੇ। ਉਹ ਹੰਕਾਰੀ ਬੰਦਾ ਛੱਤ ਤੋਂ ਉਤਰਿਆ, ਹੱਥ 'ਤੇ ਡੰਡਾ ਸੀ, ਦੌੜ ਕੇ ਪੂਰੇ ਜ਼ੋਰ ਨਾਲ ਫਕੀਰ ਦੇ ਸਿਰ 'ਚ ਉਹਨੇ ਡੰਡਾ ਚਾ ਮਾਰਿਆ। ਉਸ ਬੰਦੇ ਨੇ ਕੁਛ ਨਹੀਂ ਕਿਹਾ। ਫਕੀਰ ਨੇ ਜਿੱਥੇ ਡੰਡਾ ਵੱਜਿਆ ਹੱਥ ਉੱਥੇ ਰੱਖਿਆ, ਖੂਨ ਦੇਖਿਆ ਹੱਥ ਨੂੰ ਲੱਗ ਗਿਆ। ਉਹ ਬੰਦਾ ਡੰਡਾ ਮਾਰ ਕੇ ਉੱਤੋਂ ਔਰਤ ਦੇ ਕਰੀ ਖੁਸ਼ੀ 'ਚ ਕਲਕਾਰੀਆਂ ਮਾਰਦੀ, ਗੁੜਕਦੀ। ਇਹ ਬੰਦਾ ਡੰਡਾ ਮਾਰ ਕੇ ਤੇਜ਼ੀ ਨਾਲ ਜਦੋਂ ਮਕਾਨ ਦੀ ਛੱਤ 'ਤੇ ਜਾਣ ਲੱਗਾ, ਉੱਪਰ ਪੌੜੀ ਦੇ ਸਿਖਰ 'ਤੇ ਪਹੁੰਚਦਿਆਂ ਪੈਰ ਤਿਲਕਿਆ, ਜ਼ਮੀਨ 'ਤੇ ਡਿੱਗਾ, ਨਾਲ ਹੀ ਸਿਰ ਪਾਟ ਗਿਆ, ਖੁੱਲ੍ਹ ਗਿਆ, ਮੌਤ ਹੋ ਗਈ। ਔਰਤ ਥੱਲੇ ਆ ਗਈ, ਇਹ ਨਸ਼ਾ ਲੈ ਗਿਆ ਥੱਲੇ ਚੰਗੀ ਤਰ੍ਹਾਂ। ਮੈਂ ਪਰਸੋਂ ਵੀ ਕਿਹਾ, ਦੁੱਖ ਇੱਕ ਐਸੀ ਵੱਡੀ ਚੀਜ਼ ਹੈ, ਵੱਡਿਆਂ ਦੇ ਅੰਦਰ ਸੈੱਟ ਕਰ ਦਿੰਦਾ। ਉਹ ਥੱਲੇ ਡਿੱਗਾ ਪਿਆ, ਤੜਫਦਿਆਂ ਮੌਤ ਹੋਈ। ਉਹ ਕੋਲ ਆਈ, ਫਕੀਰ ਪਰਾਂ ਬੈਠਾ ਸੀ ਜਿਹਦੇ ਸਿਰ 'ਚ ਡੰਡਾ ਮਰਵਾਇਆ। ਉਹਨੇ ਆਉਂਦਿਆਂ ਸਾਰ ਕਿਹਾ, ਬਾਬਾ ਮੈਨੂੰ ਬਖਸ਼ ਦੇ। ਉਹ ਕਹਿੰਦਾ, ਬੀਬਾ ਤੂੰ ਕੌਣ? ਉਹ ਕਹਿੰਦੀ, ਮੈਨੂੰ ਜਿਹਨੇ ਉੱਤੋਂ ਸੱਟਿਆ ਤੇਰੇ ਸਿਰ 'ਚ ਪਾਨ, ਇਹ ਮੇਰਾ ਘਰ ਵਾਲਾ, ਮੇਰਾ ਮਾਲਕ ਸੀ ਜਿਹੜਾ ਮਾਰ ਕੇ ਗਿਆ। ਉਹ ਰੱਬ ਦੇ ਭਰੋਸੇ ਤੇ ਉਹਦੇ ਮਾਨ ਤੇ ਜੀਣ ਵਾਲਾ, ਅੱਖਾਂ ਉਹਦੀਆਂ ਸਰੂਰ 'ਚ। ਕਹਿੰਦਾ, ਅੱਛਾ। ਹੱਸ ਕੇ ਕਹਿੰਦਾ ਹੈ, ਬੀਬਾ ਮੈਂ ਤੈਨੂੰ ਸੱਚ ਦੱਸਾਂ, ਤੇਰਾ ਕੋਈ ਕਸੂਰ ਨਹੀਂ। ਤੇ ਕਹਿੰਦਾ, ਮੇਰਾ ਵੀ ਕੋਈ ਕਸੂਰ ਨਹੀਂ, ਤੂੰ ਨਾ ਮਾਫੀ ਮੰਗ। ਕਹਿੰਦੀ, ਫਿਰ ਕਾਹਦਾ? ਕਹਿੰਦਾ, ਇਹ ਤਾਂ ਮਾਲਕਾਂ ਦਾ ਝਗੜਾ ਸੀ। ਤੇਰੇ ਮਾਲਕ 'ਚ ਤਾਕਤ ਤੇ ਉਹ ਸਿਰ ਪਾੜ ਸਕਦਾ ਹੈ। ਤੈਨੂੰ ਆਪਣੇ ਮਾਲਕ ਦਾ ਮਾਣ ਸੀ ਤੇ ਮੈਨੂੰ ਆਪਣੇ ਮਾਲਕ ਦਾ ਮਾਣ ਸੀ। ਉਹ ਸਿਰ ਪਾੜਨ ਵਾਲੇ ਨੂੰ ਧਰਤੀ ਤੋਂ ਚੁੱਕ ਸਕਦਾ ਹੈ। ਪੁਰਾਣਾ ਸਾਹਿਬ ਜੀ ਨੇ ਸ਼ਤਰਾਂ ਲਿਖੀਆਂ ਨੇ कि तेरे मालिक को तेरी रियायत ज़रूर थी, मेरे मालिक को मेरी हमायत ज़रूर थी। तेरे मालिक को तेरी रियायत ज़रूर थी, मेरे मालिक को मेरी हमायत ज़रूर थी। तेरा मालिक आया वो सट पटा गया। फ़कीर कहता फिर मेरे मालिक को भी ख्याल आ गया। तेरा मालिक आया वो डंडा लगा गया, मेरा मालिक आया वो लेखा मुका गया। प्यारे चेते रखियो, एक पासे माण है दुनिया का, एक पासे माण है अपने गुरु का। इसे करके शब्द माण ही वरते है। मैं कहना गुरु अर्जुन देव किड्डे मान च कहते आ कि हे परमात्मा, मेरे को ज्ञान नहीं, मेरे को सुर की इकाग्रता का ध्यान नहीं, मेरे को चंगे कर्म नहीं, मेरे को तेरी कीमत जानने का ख्याल भी नहीं। बस एक भरोसे ते जीना। मैनू मान है मेरा गुरु नानक सब तो वड्डा जिन्हें मेरी रख ली है। ज्ञान ध्यान किछ कर्म ना जाना, सार ना जाना तेरी, सब ते वड्डा सतगुरु नानक जिन कल राखी मेरी। सतगुरु अज कह रहे ने, झूठा मान कहाँ करे, काहदा मान करना है नाशवंतां दा। जग सुपने जो जान, ये सुपने वत है जग, इनमें कछ तेरो ने कुछ भी तेरा नहीं। मैं अर्ज की जड़ा आया वही अपना नहीं, तानी अपना नहीं। इनमें कछ तेरो नहीं, नानक कहो बखान। ये वख्यान करके मैं तेनू कह रहा। इस गल नूं ज़हन च रख। इन्नियां कोई बेनतियां प्रवान करनियां